ਜੈਮਸੀ ਕੀ ਸਾਰਿਆਂ ਨੂੰ ਅੱਜ ਜ਼ਬੂਰ ਜ਼ੋਨ ਸਾਮਸ ਇਨ ਪੰਜਾਬੀ ਕੰਟੈਕਸਟ ਦੇ ਵਿੱਚ ਅਸੀਂ ਫਿਰ ਤੋਂ ਦਾਊਦ ਦੇ ਜ਼ਬੂਰਾਂ ਵਿੱਚ ਜਾਵਾਂਗੇ ਤਾਂ ਅੱਜ ਦੇ ਇਸ ਐਪੀਸੋਡ ਵਿੱਚ ਅਸੀਂ ਜ਼ਬੂਰ 28 ਤੇ ਗੌਰ ਕਰਾਂਗੇ। ਸਾਡੇ ਵਿੱਚ ਅੱਜ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਵਚਨ ਵਿੱਚੋਂ ਪੜ੍ਹਨਗੇ ਤਾਂ ਪਾਸਟਰ ਐਰਿਕ ਇਹਨਾਂ ਤੇ ਰਿਫਲੈਕਸ਼ਨ ਦੇਣਗੇ। ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੀ ਰੀਡਿੰਗ ਵਿੱਚ ਜਾਈਏ, ਮੈਂ ਦਰਖਾਸਤ ਕਰਾਂਗੀ ਕਿ ਅੰਕਲ ਜੋਸ਼ੂਆ ਸਾਨੂੰ ਦੁਆ ਵਿੱਚ ਲੈ ਕੇ ਜਾਣ। आओ ਅਸੀਂ ਆਪਣੇ खुदा ਦੀ ਹਜ਼ੂਰੀ ਦੇ ਵਿੱਚ ਚਲੀਏ ਤੇ ਉਸ ਦੇ ਅੱਗੇ ਦੁਆ ਕਰੀਏ। खुदावन तेरा शुक्र करते हैं तेन पर दी हिफाजत निगरानी दे ਲਈ ਜਿਸ ਸਾਨੂੰ ਸਭ ਨੂੰ ਹਰ ਤਰ੍ਹਾਂ ਬਚਾ ਕੇ ਆਪਣੀ ਪਨਾਹ ਵਿੱਚ ਰੱਖਿਆ, ਤੰਦਰੁਸਤੀ ਦਿੱਤੀ ਤੇ ਜ਼ਿੰਦਗੀ ਦੀਆਂ तमाम ਨਿਯਮਤਾਂ ਤੇ ਬਰਕਤਾਂ ਦਿੱਤੀਆਂ। खुदावन ਖਾਸ ਤੌਰ ਤੇ ਕ੍ਰਿਸਟੀਨਾ ਬੇਟੀ ਲਈ ਦੁਆ ਕਰਦੇ ਹਾਂ। खुदावन ਤੂੰ ਉਸ ਨੂੰ ਤੰਦਰੁਸਤੀ ਦੇ, ਐਂਜਲ ਦੇ ਨਾਲ ਹੋ, ਉਸ ਦੀ ਪੜ੍ਹਾਈ ਵਿੱਚ ਤੂੰ ਉਸ ਦਾ ਮਦਦਗਾਰ। ਅੱਜ ਜੋ ਕੁਛ ਵੀ खुदावन ਅਸੀਂ 28 ਜ਼ਬੂਰ ਵਿੱਚ ਤੇਰੇ ਖਾਦਮ ਦੇ ਜ਼ਰੀਏ ਸੁਣਦੇ ਹਾਂ, ਉਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਚੱਲਣ ਵਾਲੇ ਹੋਈਏ। ਸੁਣਨ ਵਾਲਿਆਂ ਨੂੰ ਵੀ खुदावन तमाम ਜੋ ਸਾਡੇ ਨਾਲ ਇਸ ਸਮੇਂ ਇੰਟਰਨੈਟ ਦੇ ਨਾਲ ਜੁੜੇ ਹੋਏ ਹਨ, खुदावन ਤੂੰ ਉਹਨਾਂ ਦੇ ਵੀ ਨਾਲ ਹੋ, ਉਹਨਾਂ ਨੂੰ ਵੀ ਆਸ਼ੀਸ਼ ਤੇ ਬਰਕਤ ਦੇ। ਸ਼ਮਾਇਲਾ ਬੀਡੀ ਲਈ ਦੁਆ ਕਰਦੇ ਹਾਂ, खुदावन ਤੂੰ ਉਸ ਦੇ ਨਾਲ ਹੋ ਔਰ ਜਿਸ ਮਕਸਦ ਲਈ खुदावन ਤੂੰ ਉਸ ਨੂੰ ਲੈ ਕੇ ਗਿਆ ਹੈ, ਉਸ ਮਕਸਦ ਦੇ ਵਿੱਚ खुदावन ਤੂੰ ਉਸ ਨੂੰ ਕਾਮਯਾਬੀ ਦੇ ਤੇ ਸਹੀ ਸਲਾਮਤੀ ਨਾਲ ਵਾਪਸੀ ਤੇ ਲੈ ਕੇ ਆ। सब कुछ मांगते तेरे बेटे अपने निजात देंदा यीशु नासरी दे जलाली ते पवित्र लहू च सुन ले, आमीन। ਆਮੀਨ। ਥੈਂਕ ਯੂ ਅੰਕਲ ਜੋਸ਼ੂਆ। ਸਾਡੇ ਵਿੱਚ ਸਾਡੇ ਮਿਊਜ਼ੀਸ਼ੀਅਨ ਅੰਕਲ ਕਾਸ਼ਿਫ ਮੌਜੂਦ ਨਹੀਂ ਹੈ, ਬਟ ਉਹਨਾਂ ਦੀ ਰਿਕਾਰਡਿੰਗ ਸਾਡੇ ਕੋਲ ਹੈ ਤੇ ਅਸੀਂ ਜ਼ਬੂਰ 28 ਦਾ ਪਹਿਲਾ ਹਿੱਸਾ ਉਹਨਾਂ ਦੀ ਰਿਕਾਰਡਿੰਗ ਸੁਣਾਂਗੇ। ਪਾਸਟਰ ਐਰਿਕ ਤੁਸੀਂ ਦੇ ਫਿਲਹਾਲ ਜਦ ਤੱਕ ਜ਼ਬੂਰ ਲੋਡ ਹੋ ਰਿਹਾ, ਅਸੀਂ ਸਕ੍ਰਿਪਚਰ ਰੀਡਿੰਗ ਵਿੱਚ ਚੱਲਾਂਗੇ ਆਂਟੀ ਜੋਤੀ ਤੇ ਅੰਕਲ ਜੋਸ਼ੂਆ ਦੇ ਨਾਲ। ਸਾਰੇ ਨੂੰ ਜੈਮਸ ਦੀ ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ। ਅੱਜ ਅਸੀਂ ਫਿਰ ਇੱਕ ਵੀਕ ਦੇ ਗੈਪ ਦੇ ਬਾਅਦ ਫਿਰ ਅਸੀਂ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਜ਼ਬੂਰ ਲੈ ਕੇ, ਜ਼ਬੂਰ 28। ਅੱਜ ਅਸੀਂ ਪੜਾਂਗੇ ਦਾਊਦ ਦਾ ਭਜਨ ਜਿਸ ਦਾ ਮੇਨ ਟਾਈਟਲ ਹੈ ਮਦਦ ਲਈ ਪ੍ਰਾਰਥਨਾ। ਮੈਂ ਇਸ ਦੀ ਪਹਿਲੀ ਆਇਤ ਪੜਾਂਗੀ। हे प्रभु मैं तेनू पुकारदा हाँ, हे मेरी चट्टान तू मेरी पुकार सुन, तेरे चुप रहन ते मैं मरिया बराबर हो जावांगा। आयत नंबर 2, मेरी अर्जोई दी आवाज सुन ले जद मैं तेरी दुहाई देवां ਅਤੇ ਆਪਣੇ ਹੱਥ ਤੇਰੇ ਪਵਿੱਤਰ ਅਸਥਾਨ ਦੀ ਵਿਚਲੀ ਕੋਠੜੀ ਵੱਲ ਉਠਾਵਾਂ। ਆਇਤ ਨੰਬਰ 3, ਤੂੰ ਮੇਰੀ ਗਿਣਤੀ ਦੁਸ਼ਟਾਂ ਦੇ ਨਾਲ ਨਾ ਕਰਨਾ, ਅਰਥਾਤ ਬੁਰੇ ਕੰਮ ਕਰਨ ਵਾਲਿਆਂ ਦੇ ਨਾਲ ਜੋ ਆਪਣੇ ਗੁਆਂਢੀਆਂ ਨਾਲ ਕਰਦੇ ਤਾਂ ਸ਼ਾਂਤੀ ਦੀਆਂ ਗੱਲਾਂ ਨੇ, ਪਰ ਉਹਨਾਂ ਦੇ ਦਿਲਾਂ ਵਿੱਚ ਹੈ ਬੁਰਾਈ। ਆਇਤ ਨੰਬਰ 4, ਉਹਨਾਂ ਦੀ ਕਾਰ ਦੇ ਅਨੁਸਾਰ ਸਗੋਂ ਉਹਨਾਂ ਦੀ ਬਦਕਾਰੀ ਦੇ ਅਨੁਸਾਰ ਉਹਨਾਂ ਨੂੰ ਦੇ, ਉਹਨਾਂ ਦੇ ਹੱਥਾਂ ਦੇ ਕੰਮ ਅਨੁਸਾਰ ਉਹਨਾਂ ਨੂੰ ਦੇ, ਉਹਨਾਂ ਦੀ ਕੀਤੀ ਉਹਨਾਂ ਉੱਤੇ ਪਾ ਦੇ। ਆਇਤ ਨੰਬਰ 5, ਉਹ ਪ੍ਰਭੂ ਦੇ ਕੀਤੇ ਕੰਮਾਂ ਤੇ ਧਿਆਨ ਨਹੀਂ ਕਰਦੇ, ਨਾ ਹੀ ਉਸਦੇ ਹੱਥਾਂ ਦੀ ਕਾਰੀਗਰੀ ਤੇ ਉਹ ਉਹਨਾਂ ਨੂੰ ਢਾਹ ਦੇਵੇਗਾ ਅਤੇ ਫਿਰ ਕਦੀ ਉਹਨਾਂ ਨੂੰ ਨਹੀਂ ਬਣਾਵੇਗਾ। आयत नंबर 6, यहोवा मुबारक होवे
क्यों जो उसने मेरियां अर्ज़ोइयां दी आवाज सुनी है। आयत नंबर 7 ਉਹ ਮੇਰਾ ਬਲ ਹੈ, ਉਹ ਮੇਰੀ ਰੱਖਿਆ ਕਰਦਾ ਹੈ, ਉਹ ਮੇਰੀ ਮਦਦ ਕਰਦਾ ਹੈ, ਉਹ ਮੈਨੂੰ ਖੁਸ਼ੀ ਦਿੰਦਾ ਹੈ, ਮੈਂ ਉਸ ਦੀ ਵਡਿਆਈ ਗੀਤਾਂ ਦੇ ਨਾਲ ਕਰਦਾ ਹਾਂ। ਆਇਤ ਨੰਬਰ 8 ਯਹੋਵਾ ਉਹਨਾਂ ਦਾ ਬਲ ਹੈ ਅਤੇ ਉਹ ਆਪਣੇ ਮਸਾ ਕੀਤੇ ਹੋਏ ਦੇ ਲਈ ਬਚਾਓ ਦਾ ਗੜ੍ਹ ਹੈ। ਆਇਤ ਨੰਬਰ 9 हे प्रभु तू अपनी लोकां ਦਾ ਬਚਾ ਕਰ, ਆਪਣੇ ਵਿਰਸੇ ਨੂੰ ਅਸੀਸ ਦੇ, ਤੂੰ ਉਹਨਾਂ ਦਾ ਚਰਵਾਹਾ ਬਣ ਅਤੇ ਉਹਨਾਂ ਨੂੰ ਅਨੰਤ ਕਾਲ ਤੱਕ ਸੰਭਾਲ ਕੇ ਰੱਖ। ਪ੍ਰਭੂ ਦੇ ਵਚਨ ਪੜ੍ਹੇ ਔਰ ਸੁਣੇ ਜਾਣ ਵਿੱਚ ਆਸ਼ੀਸ਼ ਤੇ ਬਰਕਤ ਮਿਲੇ। ਆਮੀਨ। Amen. Thank you, scripture Amen. reading ਲਈ ਆਓ ਹੁਣ ਅਸੀਂ Amen. ਪਾਸਟਰ ਐਰਿਕ ਸਰਵਰ ਦੇ ਨਾਲ ਕਲਾਮ ਦੇ ਰਿਫਲੈਕਸ਼ਨ ਤਾਂ ਹੁਣ ਇੰਟਰਪ੍ਰੀਟੇਸ਼ਨ ਵਿੱਚ ਜਾਵਾਂਗੇ। ਪਾਸਟਰ ਐਰਿਕ ਆਪਣਾ ਮਾਈਕ ਅਨਮਿਊਟ ਕਰ ਲੈਣ। ਮਸੀਹ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦੇ ਵਿੱਚ ਸਾਰੇ ਮਿੱਤਰਾਂ, ਭੈਣਾਂ, ਭਰਾਵਾਂ, ਸੱਜਣਾਂ ਨੂੰ ਤੇ ਪ੍ਰੇਅਰ ਪਾਰਟਨਰ ਨੂੰ ਤੇ ਜਿੰਨੇ ਲੋਕ ਜ਼ਬੂਰ ਜ਼ੋਨ ਨੂੰ ਪਿਆਰ ਕਰਦੇ ਨੇ, ਸੁਣਦੇ ਨੇ, ਖੁਦਾ ਦੇ ਕਲਾਮ ਨੂੰ ਸਿੱਖਦੇ ਨੇ, ਉਹਨਾਂ ਸਾਰਿਆਂ ਨੂੰ ਖੁਦਾਵੰਦ ਯਿਸੂ ਮਸੀਹ ਦੀ ਸਲਾਮਤੀ ਤੇ ਇਤਮੀਨਾਨ ਮਿਲਦਾ ਰਹੇ। ਮੇਰੇ ਅਜ਼ੀਜ਼ੋ, ਅੱਜ ਅਸੀਂ ਫਿਰ 2 ਹਫ਼ਤੇ ਬਾਅਦ ਜਿਵੇਂ ਸਿਸਟਰ ਜੋਤੀ ਯਾਦ ਕਰਾਇਆ ਸਾਨੂੰ, ਵਿੱਚ 1-2 ਗੈਪ ਪਏ ਸਾਡੇ ਔਰ ਜਿਹਦੀ ਵਜ੍ਹਾ ਨਾਲ ਅਸੀਂ ਨਹੀਂ ਹਾਜ਼ਰ ਹੋ ਸਕੇ, ਲੇਕਿਨ ਖੁਦਾ ਦਾ ਸ਼ੁਕਰ ਦਾ ਕਰਨਾ, ਖੁਦਾ ਸਾਨੂੰ ਫਿਰ ਤੰਦਰੁਸਤੀ ਦਿੱਤੀ, ਸਾਡੇ ਅੰਦਰ ਇਸ ਚੀਜ਼ ਦਾ ਜਿਹਨੂੰ ਕਿਹਾ ਜਾਈਏ ਕਿ ਇੰਸਪੀਰੇਸ਼ਨ ਰੱਖਿਆ, ਇਸ ਚੀਜ਼ ਦਾ ਬੋਝ ਰੱਖਿਆ ਹੈ ਕਿ ਅਸੀਂ ਜ਼ਬੂਰਾਂ ਦੀ ਕਿਤਾਬ ਦੀ ਜਿਹੜੀ ਪੂਰੇ 150 ਜ਼ਬੂਰ ਨੇ, ਅਸੀਂ ਉਹਨਾਂ ਨੂੰ ਤੁਹਾਡੇ ਲਈ ਪੰਜਾਬੀ ਕੰਟੈਕਸਟ ਦੇ ਵਿੱਚ ਖੋਲੀਏ, ਲੈ ਕੇ ਆਈਏ, ਤੁਹਾਡੇ ਨਾਲ ਰਲ ਕੇ ਸਿੱਖੀਏ ਅਸੀਂ ਉਹਨਾਂ ਨੂੰ। ਔਰ ਦੂਜੀ ਅਹਿਮ ਚੀਜ਼ ਕੀ ਹੈ ਕਿ ਜਿਹੜੀ ਸਾਡੀ ਵਿਰਸਾ ਹੈ, ਜਿਹੜਾ ਸਾਡਾ ਪੰਜਾਬੀ ਜ਼ਬੂਰ ਗਾਨ ਦਾ, ਉਹਨਾਂ ਨੂੰ ਅਸੀਂ ਨਾਲ ਅਗਲੀ ਜਨਰੇਸ਼ਨ ਦੇ ਹੱਥਾਂ 'ਚ ਦਈਏ। ਔਰ ਇਸ ਟੈਕਨੋਲੋਜੀ ਦੇ ਵਸੀਲੇ ਸਾਡੇ ਭਾਈ ਕਾਸ਼ਿਫ ਚੌਹਾਨ ਸਾਹਿਬ ਅੱਜ ਸਾਡੇ ਨਾਲ ਨਹੀਂ, ਲੇਕਿਨ ਤੁਸੀਂ ਰਿਕਾਰਡਿੰਗ ਉਹਨਾਂ ਦੀ ਸੁਣੀ ਹੈ, ਉਹ ਸਾਡੇ ਨਾਲ ਹਰ ਜ਼ਬੂਰ ਜ਼ੋਨ ਦੀ ਜਿਹੜੀ ਐਪੀਸੋਡ ਹੁੰਦੀ, ਜਿਹੜਾ ਜ਼ਬੂਰ ਨੰਬਰ ਹੁੰਦਾ ਵੇ, ਉਹਨੂੰ ਉਹ ਨਾਲ ਗਾ ਕੇ ਔਰ ਉਹਦੀ ਰਿਕਾਰਡਿੰਗ ਕਰਕੇ ਉਹ ਸਾਨੂੰ ਘੱਲਦੇ ਨੇ, ਤਾਂ ਕਿ ਅਗਰ ਉਹ ਕਿਸੇ ਵਜ੍ਹਾ ਤੋਂ ਨਾ ਹੋ ਸਕਣ ਤੇ ਕਮ ਸੇ ਕਮ ਅਸੀਂ ਉਹ ਜ਼ਬੂਰ ਜਿਹੜਾ ਵੇ ਉਹਦੀ ਜਿਹੜੀ 100 ਸਾਲ ਪੁਰਾਣੀ ਪਾਦਰੀ ਮਾਮਦੀਨ ਸ਼ਬਾਜ਼ ਔਰ ਉਹਨਾਂ ਦੇ ਸਾਥੀਆਂ ਰਲ ਕੇ ਜਿਹੜੀਆਂ ਧੁਨਾਂ ਕੰਪੋਜ਼ ਬੰਦਿਸ਼ਾਂ ਬਣਾਈਆਂ ਹਨ ਜ਼ਬੂਰਾਂ ਦੀਆਂ, ਉਹਨਾਂ ਨੂੰ ਅਸੀਂ ਅੱਜ ਦੇ ਦੌਰ ਵਿੱਚ ਅਸੀਂ ਉਹਨਾਂ ਨੂੰ ਗਾ ਸਕੀਏ ਔਰ ਸਿੱਖ ਸਕੀਏ। ਸੋ ਸਾਰਿਆਂ ਨਾਲ ਪਹਿਲਾਂ ਖੁਦਾ ਦੇ ਕਲਾਮ ਵਿੱਚ ਅੱਗੇ ਜਾਣ ਤੋਂ ਪਹਿਲਾਂ ਮੈਂ ਗੁਜ਼ਾਰਿਸ਼ ਕਰਾਂਗਾ, ਜਿੰਨੇ ਭੈਣਾਂ ਭਾਈ ਸਾਨੂੰ ਵੇਖਣ ਡਏ ਨੇ, ਸੁਣਨ ਡਏ ਨੇ, ਤੁਹਾਡੇ ਸਕਰੀਨ ਦੇ ਉੱਤੇ ਇੱਕ ਸ਼ੇਅਰ ਦਾ ਬਟਨ ਹੈ। ਅਸੀਂ ਇੱਥੋਂ ਆਪਣੀ ਖਿਦਮਤ ਤੁਹਾਡੇ ਨਾਲ ਸ਼ੇਅਰ ਕਰਨੇ ਆ, ਤੁਸੀਂ ਅੱਗੋਂ ਆਪਣੀ ਖਿਦਮਤ ਸ਼ੇਅਰ ਕਰੋ, ਠੀਕ ਹੈ, ਤਾਂ ਕਿ ਤੁਹਾਡੇ ਵਸੀਲੇ ਜਿਹੜੇ ਬਾਕੀ ਲੋਕ ਤੁਹਾਡੇ ਨਾਲ ਜੁੜੇ ਹੋਏ ਨੇ ਉਹ ਖੁਦਾ ਦੇ ਕਲਾਮ ਨੂੰ ਔਰ ਇਸ ਜ਼ਬੂਰਾਂ ਦੀ ਕਿਤਾਬ ਦੇ ਵਿੱਚੋਂ ਖੁਦਾ ਦੇ ਨਾਲ ਗੱਲਬਾਤ ਕਰਨਾ ਸਿੱਖਣ, ਲੈਂਗੁਏਜ ਸਿੱਖਣ, ਖੁਦਾ ਦੇ ਨਾਲ ਗੁਫ਼ਤਗੂ ਕਿਵੇਂ ਕਰਨੀ ਹੈ, ਔਰ ਜਿਹੜੇ ਖੁਦਾ ਨੇ ਸਾਨੂੰ ਕਲਾਮ ਵਿੱਚੋਂ ਜਿਹੜਾ ਇਲਹਾਮ ਦਿੱਤਾ ਵੇ, ਜਿਹੜਾ ਸਾਨੂੰ ਇੰਸਪਾਇਰੇਸ਼ਨ ਦਿੱਤੀ, ਜੋ ਖੁਦਾ ਦੇ ਰੂਹ ਨੇ ਜਿਹੜਾ ਸਾਨੂੰ ਸਾਇਫੇ ਦਿੱਤੇ ਨੇ, ਅਸੀਂ ਉਹਨਾਂ ਬਾਰੇ ਸਿੱਖ ਸਕੀਏ ਜੀ। ਓਕੇ, ਸੋ ਜੀ ਅੱਜ ਅਸੀਂ ਪਹੁੰਚੇ ਹਾਂ ਜ਼ਬੂਰ 28 ਔਰ ਜ਼ਬੂਰ 28 ਜਿਹੜਾ ਵੇ ਇਹ ਜ਼ਬੂਰ ਦੀ ਪਹਿਲੀ ਕਿਤਾਬ ਦੇ ਵਿੱਚੋਂ ਵੇ। ਜ਼ਬੂਰ ਨੰਬਰ 28 ਦੀਆਂ ਜ਼ਬੂਰ ਨੰਬਰ 28 ਜਿਹੜਾ ਵੇ ਜਿਹੜੀਆਂ ਜ਼ਬੂਰ ਦੀਆਂ 5 ਕਿਤਾਬਾਂ ਨੇ। ਪਹਿਲੀ ਕਿਤਾਬ ਜਿਹੜੀ ਹੈ ਉਹ ਪਹਿਲੇ ਬਾਬ ਤੋਂ ਲੈ ਕੇ ਤੇ 40 ਤੱਕ ਹੈ, ਉਹਦੇ ਬਾਅਦ 41 ਤੋਂ ਲੈ ਕੇ ਤੇ ਫਿਰ 82 ਤੱਕ, ਉਹਦੇ ਬਾਅਦ ਇੰਜ ਅੱਗੇ ਜਾ ਕੇ 150 ਜ਼ਬੂਰ ਜਿਹੜੇ ਨੇ ਪੂਰੇ ਉਹ 5 ਕਿਤਾਬਾਂ ਦੇ ਵਿੱਚ ਤਕਸੀਮ ਹੋਏ ਨੇ। ਸੋ ਅਸੀਂ ਅੱਜ ਪਹਿਲੀ ਕਿਤਾਬ ਜਿਹੜੀ ਹੈ ਜਿਹਦੇ ਵਿੱਚ ਮੈਜੋਰਿਟੀ ਜ਼ਬੂਰ ਜਿਹੜੇ ਨੇ ਉਹ ਦਾਊਦ ਦੇ ਜ਼ਬੂਰ ਨੇ। ਅਕਸਰ ਲੋਕ ਜਿਹੜੇ ਗਲਤੀ ਕਰਦੇ ਨੇ, ਮੈਂ ਬਾਰ-ਬਾਰ ਉਹਦੀ ਤਸਹੀਹ ਕਰਨਾ ਵਾ ਕਿ 150 ਜ਼ਬੂਰਾਂ ਦੇ ਵਿੱਚੋਂ ਸਾਰੇ ਜ਼ਬੂਰ ਦਾਊਦ ਦੇ ਨਹੀਂ ਨੇ, ਸਿਰਫ 70 ਦੇ ਕਰੀਬ ਜਿਹੜੇ ਨੇ ਉਹ ਦਾਊਦ ਦੇ ਜ਼ਬੂਰ ਨੇ। ਬਾਕੀ ਇਹਨਾਂ ਨੂੰ ਅਸੀਂ ਔਰਫਨ ਸਾਮਸ ਕਹਿੰਦੇ ਹਾਂ, ਯਾਨੀ ਜਿਨ੍ਹਾਂ ਦੇ ਸਰਨਾਮਿਆਂ 'ਤੇ ਕੋਈ ਨਾਂ ਕੋਈ ਨਹੀਂ, ਉਹਦਾ ਤਾਂ ਪਤਾ ਕੋਈ ਨਹੀਂ ਹੈ ਕਿੰਨੇ ਲਿਖੇ ਔਰ ਕਿਵੇਂ ਆਏ ਨੇ। ਐਨੀਵੇ 28 ਨੰਬਰ ਜ਼ਬੂਰ ਜਿਹੜਾ ਵੇ ਜੀ, ਅਗਰ ਅਸੀਂ ਵੇਖੀਏ ਤੇ ਇਹ ਕੰਟੀਨਿਊਟੀ ਹੈ ਜਿਹੜੀ ਮੈਂ ਅੱਜ ਇੱਕ ਚੀਜ਼ ਜਿਹੜੀ ਮੈਂ ਇਹਦੇ 'ਚ ਨੋਟ ਕੀਤੀ ਹੈ ਨਾ, ਉਹ ਇਹ ਵੇ ਕਿ ਇਹ ਕੰਟੀਨਿਊਟੀ ਜਿਹੜੀ ਨਾ ਇਹ ਜਾਰੀ ਹੈ, ਕੰਟੀਨਿਊ। ਕਮ ਸੇ ਕਮ ਤੁਸੀਂ ਵੇਖੋਗੇ ਜ਼ਬੂਰ ਨੰਬਰ ਜਿਹੜਾ ਹਿੱਸਾ ਵੇ ਨਾ ਜ਼ਬੂਰ 22 ਤੋਂ ਲੈ ਕੇ ਔਰ ਉਹਦੇ ਬਾਅਦ 21, ਬਲਕਿ ਸਾਰੇ ਜ਼ਬੂਰਾਂ ਦੇ ਵਿੱਚ ਇਹਦੇ ਵਿੱਚ ਦਾਊਦ ਨੇ ਜਿਹੜਾ ਖੁਦਾ ਦਾ ਟਾਈਟਲ ਯੂਜ਼ ਕੀਤਾ ਵਾ ਨਾ, ਦੈਟ ਇਜ਼ ਵੈਰੀ ਇੰਪੋਰਟੈਂਟ ਐਕਚੁਅਲੀ। ਮੋਸਟਲੀ ਜ਼ਬੂਰਾਂ ਦੇ ਵਿੱਚ ਸਾਨੂੰ ਜਿਹੜਾ ਲਫ਼ਜ਼ ਮਿਲਦਾ ਵੇ ਉਹ ਵੀ ਯਹੋਵਾ, ਠੀਕ ਹੈ, ਅੱਛਾ, ਲੇਕਿਨ ਦਾਊਦ ਨੇ ਤੁਸੀਂ ਵੇਖੋਗੇ ਇੱਥੇ ਜਿਹੜੇ ਲਫ਼ਜ਼ ਯੂਜ਼ ਕੀਤਾ ਵੇ ਮੈਜੋਰਿਟੀ ਉਹ ਵੇ ਖੁਦਾਵੰਦ, ਜਿਹਦਾ ਉਰਦੂ ਬਾਈਬਲ ਤਰਜਮਾ ਕੀਤਾ ਗਿਆ ਵੇ ਖੁਦਾਵੰਦ ਕਿਹਾ ਗਿਆ ਵੇ, ਐਂਡ ਹਿਬਰੂ ਟਾਈਟਲ ਜਿਹੜਾ ਯੂਜ਼ ਕੀਤਾ ਵੇ ਦੈਟ ਇਜ਼ ਐਡੋਨਾਈ, ਠੀਕ ਹੈ, ਜਿਹੜਾ ਕਿ ਖੁਦਾ ਦਾ ਡਾਇਰੈਕਟ ਨਾਂ ਨਹੀਂ ਲਿਆ ਜਾਂਦਾ ਯਹਵੇ। ਯਹਵੇ ਜਿਹੜਾ ਸੀ ਉਹ ਖੁਦਾ ਦਾ ਪਰਸਨਲ ਨਾਂ ਸੀ, ਲੇਕਿਨ ਮੋਸਟਲੀ ਯਹੂਦੀ ਜਿਹੜੇ ਸਨ ਉਹ ਅਦੋਨਾਏ ਲਫ਼ਜ਼ ਯੂਜ਼ ਕਰਦੇ ਹਨ ਖੁਦਾਵੰਦ ਦਾ ਆਲਟਰਨੇਟਿਵ ਨਾਂ ਲੈਣ ਲਈ, ਔਰ ਉਹਦਾ ਤਰਜਮਾ ਉਰਦੂ ਬਾਈਬਲ ਦੇ ਵਿੱਚ ਖੁਦਾਵੰਦ ਕੀਤਾ ਗਿਆ ਵੇ, ਠੀਕ ਹੈ। ਪੰਜਾਬੀ 'ਚ ਤਰਜਮਾ ਕੀ ਹੈ ਜੀ? ਸਾਡੇ ਕੋਲ ਪਹਿਲੀ ਆਇਤ ਦਾ ਜ਼ਬੂਰ 8 ਦਾ ਕੀ ਟਾਈਟਲ ਯੂਜ਼ ਕੀਤਾ ਦਾਊਦ ਨੇ? ਪੰਜਾਬੀ ਤਰਜਮਾ ਕਿਵੇਂ ਕੀਤਾ ਗਿਆ?
ਅੰਕਲ ਜੋਸ਼ ਇਹ ਯਹੋਵਾ ਇਹ ਯਹੋਵਾ, ਤੁਹਾਡੇ ਕੋਲ ਯਹੋਵਾ ਤਰਜਮਾ ਹੋਇਆ, ਠੀਕ ਹੈ ਜੀ। ਤੁਹਾਡੇ ਕੋਲ ਕੀ ਹੈ ਜੀ ਸਿਸਟਰ ਜੋਤੀ? ਹਾਂਜੀ ਮੇਰੇ ਕੋਲ ਹੈ ਪ੍ਰਭੂ। ਪ੍ਰਭੂ, ਓਕੇ ਜੀ, ਠੀਕ ਹੈ। ਸੋ ਜਿੱਥੇ ਵੇਖੋਗੇ ਲਫ਼ਜ਼ ਯਹੋਵਾ ਵੇ ਉਹ ਯਹੋਵਾ ਡਾਇਰੈਕਟ ਤਰਜਮਾ ਹੈ, ਠੀਕ ਹੈ। ਲੇਕਿਨ ਜਿੱਥੇ ਪ੍ਰਭੂ ਹੈ ਜਾਂ ਖੁਦਾਵੰਦ ਹੈ, ਦੈਟ ਇਜ਼ ਐਕਚੁਅਲੀ ਐਡੋਨਾਈ, ਠੀਕ ਹੈ। ਅੱਛਾ, ਹੁਣ ਜਦੋਂ ਅਸੀਂ ਜ਼ਬੂਰ ਨੰਬਰ 28 ਤੇ ਹੁੰਦੇ ਹਾਂ, ਸਰਨਾਮਾ ਸਾਨੂੰ ਕਹਿੰਦਾ ਜੀ ਦਿਸ ਇਜ਼ मज़मूर ला दाऊद या दावीद। सो इट इज़ एक्चुअली ज़बूर दा दाऊद का मज़मूर। और मज़मूर का मतलब है वे कि ऐसी शायरी, ऐसा गीत जिन्हों गाया जाए, लिरिकल पोइट्री जिहदी बंदिश की जाए, जिन्होंने धुन बनाई जाए, जिहदे नाल साज जिहड़े ने वो इनवॉल्व हो जाते हैं। लेकिन जिवें असीं पहलां जिक्र कर चुके हैं कि ज़बूर की किताब जिहड़ी है असल विच इहदा हर ज़बूर दा एक या तो कंटीन्यूटी है पिछले ज़बूर दी, लेकिन एक मेजर थीम है ਉਹਦੇ ਵਿੱਚ। ਉਹ ਮੇਜਰ ਥੀਮ ਜਿਹੜਾ ਵੇ ਉਹ ਕੰਟੀਨਿਊ ਕਿਤਾਬ ਵਾਈਜ਼ ਚੱਲਣ ਡਿਆ ਵੇ। ਇਸ ਲਈ ਅਗਰ ਅਸੀਂ ਵੇਖਾਂਗੇ ਕਿ ਜ਼ਬੂਰ ਨੰਬਰ ਜਿਹੜੇ 28 ਹੈ, ਚੂँकि ਪਹਿਲੀ ਕਿਤਾਬ ਦੇ ਵਿੱਚ, ਔਰ ਪਹਿਲੀ ਕਿਤਾਬ ਜਿਹੜੀ ਹੈ ਉਹ ਪੈਰਲਲ ਚੱਲਦੀ ਹੈ ਪੈਦਾਇਸ਼ ਦੀ ਕਿਤਾਬ ਦੇ, ਠੀਕ ਹੈ। ਚੂँकि ਪੈਦਾਇਸ਼ ਦੀ ਕਿਤਾਬ ਦੇ ਪੈਰਲਲ ਚੱਲਦੀ ਹੈ, ਸੋ ਇਸ ਤੋਂ ਜਿਹੜਾ ਸਾਨੂੰ ਇਹਦੇ ਵਿੱਚ ਜਿਹੜਾ ਕਨਸੈਪਟ ਨਜ਼ਰ ਆਉਂਦਾ ਵੇ, ਜਿਹੜਾ ਮੇਜਰ ਜਿਹੜਾ ਥਰੈਡ ਜਿਹੜਾ ਜਾ ਰਿਹਾ ਵੇ, ਐਸ ਟੈਪਸਟਰੀ ਕਹਿ ਲਓ ਜਾਂ ਜਿਹੜੀ ਹੈ ਪੰਜਾਬੀ 'ਚ ਅਸੀਂ ਕੀ ਕਹਾਂਗੇ, ਰੰਗਦਾਰ ਖੇਸ ਕਹਿ ਲਵੋ ਜਾਂ ਰੰਗਦਾਰ ਚਾਦਰ ਕਹਿ ਲਵੋ। ਉਹ ਕੀ ਨਾਮ ਹੈ ਜਿਹੜਾ ਤੁਸੀਂ ਸ਼ਾਦੀ ਵਿਆਹਾਂ 'ਤੇ ਪਾਉਂਦੇ ਹੋ ਸਿਸਟਰ ਜੋਤੀ? ਇੰਡੀਅਨ ਜਿਹੜੀਆਂ ਖਵਾਤੀਨ ਰਿਲੀਜੀ ਪਾਉਂਦੇ ਨੇ, ਮੁਖਤਲਿਫ ਕਲਰ ਦੀ ਬਣੀ ਹੋਈ ਡੱਬੇ ਡੱਬੇ ਲੱਗੇ ਹੁੰਦੇ ਨੇ, ਉਹਨੂੰ ਕੀ ਕਹਿੰਦੇ ਨੇ? ਫੁਲਕਾਰੀ। ਫੁਲਕਾਰੀ ਫੁਲਕਾਰੀ, ਹੇਅਰ ਯੂ ਗੋ, ਯੈਸ, ਓਕੇ। ਸੋ ਫੁਲਕਾਰੀ ਤੁਸੀਂ ਵੇਖੋਗੇ ਕਿ ਉਹਦੇ ਵਿੱਚ ਮੁਖਤਲਿਫ ਕਲਰ ਦੇ ਪੈਚਸ ਲੱਗੇ ਹੋਏ ਨੇ, ਠੀਕ ਹੈ। ਲੇਕਿਨ ਅਗਰ ਅਸੀਂ ਕੋਈ ਐਸੀ ਚਾਦਰ ਲਈਏ ਜਿਹਦਾ ਇੱਕ ਸਾਰਾ ਕਲਰ ਸੇਮ ਹੋਏ, ਲੇਕਿਨ ਉਹਦੇ ਵਿੱਚੋਂ ਇੱਕ ਧਾਗਾ ਜਿਹੜਾ ਵੇ ਨਾ ਉਹ 골ਡ ਕਲਰ ਦਾ ਲੰਘਦਾ ਹੋਏ, ਜਿਹੜਾ ਕਿ ਪ੍ਰੋਮੀਨੈਂਟ ਨਜ਼ਰ ਆ ਰਿਹਾ ਕਿ ਯਾਰ ਇਹ ਬਾਕੀ ਦੇ ਸਾਰੇ ਧਾਗੇ ਜਾਂ ਨੀਲੇ ਨੇ ਤੇ ਜਾਂ ਕਾਲੇ ਨੇ, ਲੇਕਿਨ ਇੱਕ ਧਾਗਾ ਜਿਹੜਾ ਵਿੱਚ 골ਡਨ ਗਿਆ ਹੋਇਆ ਵੇ, ਠੀਕ ਹੈ। ਦੈਟ make that prominent make the actually prominence the ਜਿਹਨੂੰ ਅਸੀਂ ਕਹਾਂਗੇ ਕਿ ਜਿਹੜੀ ਚਾਦਰ ਹੈ ਉਹਨੂੰ ਉਹ ਪ੍ਰੋਮੀਨੈਂਟ ਕਰ ਦਿੰਦਾ ਵੇ। ਸੋ ਜ਼ਬੂਰ ਨੰਬਰ ਜਿਹੜਾ ਪਹਿਲੀ ਕਿਤਾਬ ਆ 28 ਜਿਹੜਾ ਵੇ, ਇਹਦੇ ਵਿੱਚ ਅਸੀਂ ਵੇਖਾਂਗੇ ਕਿ ਜਿਹੜਾ ਜ਼ਬੂਰ 28 ਹੈ ਇਹ ਦਾਊਦ ਦਾ ਜ਼ਬੂਰ ਤਾਂ ਹੈ ਵੇ, ਦਾਊਦ ਦਾ ਮਜ਼ਮੂਰ ਤਾਂ ਹੈ ਵੇ, ਲੇਕਿਨ ਟੌਪਿਕ ਇਹਦਾ ਜਿਹੜਾ ਵੇ ਨਾ ਉਹ ਮੈਂ ਦੋ ਹਿੱਸੇ ਦੇ ਬਣਾਏ ਨੇ। ਇੱਕ ਟੌਪਿਕ ਹੈ ਪਲੀ ਦਾ ਮਤਲਬ ਹੈ ਦਰਖਾਸਤ ਕਰਨਾ, ਮਿੰਨਤ ਕਰਨਾ, ਠੀਕ ਹੈ, ਖੁਦਾ ਦੇ ਅੱਗੇ ਰਿਕੁਐਸਟ ਦੇਣਾ। और दूसरी ये प्रे। सो इट इज नॉट ओनली अ प्ली, ऑल्दो प्ली इज आल्सो अ प्रे, लेकिन अ प्ली एंड अ प्रे। सो ਅਸੀਂ ਵੇਖਾਂਗੇ ਕਿ ਇਹ ਦੋਵੇਂ ਹਿੱਸੇ ਕਿਵੇਂ ਤਕਸੀਮ ਹੁੰਦੇ ਨੇ। ਇੱਕ ਦੁਆ ਵੇ ਤੇ ਇੱਕ ਕੀ ਹੈ, ਦਰਖਾਸਤ ਹੈ। ਦਰਖਾਸਤ ਜਿਹੜੀ ਹੁੰਦੀ ਹੈ ਨਾ, ਵੇਖੋ ਦਰਖਾਸਤ ਬਾਜ਼ ਔਕਾਤ ਸਾਡੀਆਂ ਜ਼ਰੂਰਤਾਂ ਵਾਸਤੇ, ਸਾਡੀ ਸਿਚੁਏਸ਼ਨ ਵਾਸਤੇ ਅਸੀਂ ਖੁਦਾ ਅੱਗੇ ਕਰਨ, ਸਾਨੂੰ ਇਹ ਚਾਹੀਦਾ, ਖੁਦਾਵੰਦ ਇੰਜ ਕਰਦੇ, ਉਂਝ ਕਰਦੇ, ਉਂਝ ਕਰਦੇ। ਦੁਆ ਜਿਹੜੀ ਹੈ ਨਾ ਉਹਦੇ ਵਿੱਚ ਬਾਜ਼ ਔਕਾਤ ਮੰਗਣਾ ਕੁਛ ਨਹੀਂ ਹੁੰਦਾ, ਉਹਦੇ ਵਿੱਚ ਸਿਰਫ ਕੀ ਹੁੰਦੀ ਹੈ, ਉਹਦੇ ਵਿੱਚ ਸਿਰਫ ਫੈਲੋਸ਼ਿਪ ਹੁੰਦੀ ਹੈ, ਉਹਦੇ ਵਿੱਚ ਸਿਰਫ ਦੋਸਤੀ ਨਿਭਾਈ ਜਾਂਦੀ ਹੈ, ਇੱਕ ਦੂਜੇ ਦੀ ਕੰਪਨੀ ਇੰਜੋਏ ਕੀਤੀ ਜਾਂਦੀ ਹੈ, ਇੱਕ ਦੂਜੇ ਦੀ ਪ੍ਰੈਜ਼ੈਂਸ ਜਿਹੜੀ ਹੈ ਉਹਨੂੰ ਇੰਟੀਮੇਟ ਪ੍ਰੈਜ਼ੈਂਸ ਜਿਹੜੀ ਹੈ ਉਹਨੂੰ ਮੈਮੋਰਾਈਜ਼ ਕੀਤਾ ਜਾਂਦਾ ਵੇ, ਉਹਨੂੰ ਚੇਅਰ ਅਪ ਕੀਤਾ ਜਾਂਦਾ ਵੇ, ਉਹਦੀ ਵਜ੍ਹਾ ਕੋਈ ਨਹੀਂ ਹੁੰਦੀ। ਦੈਟਸ ਕਾਲਡ ਇੰਟੀਮੇਟ ਰਿਲੇਸ਼ਨਸ਼ਿਪ। ਜਿਵੇਂ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ, ਦੋਸਤਾਂ, ਭੈਣਾਂ ਭਰਾਵਾਂ ਨੂੰ ਜਿਹਦੇ ਨਾਲ ਸਾਡੇ ਦਿਲ ਮਿਲ ਰਲੇ ਹੋਣ ਨਾ, ਅਸੀਂ ਐਵੇਂ ਕਾਲ ਕਰ ਦਿੰਦੇ ਹਾਂ, ਭਾਈ ਜੀ ਕੀ ਹਾਲ ਹੈ, ਮੈਂ ਕਾਲ ਕੀਤੀ ਹੁਣ ਜੀ ਜ਼ਰਾ ਹਾਲ ਚਾਲ ਪੁੱਛਣ ਲਈ, ਗੱਲ ਕੋਈ ਨਹੀਂ। ਬਟ ਵਾਈ? Because you want to keep the relationship, you just want to hear their voice or just want to make sure that they are fine. So that's actually called relationship. So ਪਲੀ ਜਿਹੜੀ ਹੈ ਜੀ, ਅਗਰ ਅਸੀਂ ਨੂੰ ਵੇਖਾਂਗੇ ਤੇ ਇਹਦਾ ਜਿਹੜਾ ਇੱਕ ਹੋਰ ਮੈਂ ਸਬ ਟਾਈਟਲ ਦਿੱਤਾ ਵੇ ਉਹ ਵੇ ਦ ਸਟਰੈਂਥ ਐਂਡ ਦ ਸੌਂਗ ਆਫ ਦ ਸਿੰਗਰ। ਯਾਨੀ ਪਲੀ ਤੇ ਹੈ ਵੇ, ਪ੍ਰੇ ਵੀ ਹੈ, ਲੇਕਿਨ ਇਹਦੇ ਵਿੱਚ ਜਿਹੜਾ ਦੂਜਾ ਮੇਜਰ ਟੌਪਿਕ ਹੈ ਉਹ ਕੀ ਹੈ, ਦ ਸਟਰੈਂਥ, ਕੁਵਤ, ਐਂਡ ਦ ਸੌਂਗ, ਉਹਦਾ ਗੀਤ ਜਿਹੜਾ ਵੇ। ਯਾਨੀ ਸਾਦਾ ਲਫ਼ਜ਼ਾਂ ਦੇ ਵਿੱਚ ਜਿਹੜਾ ਦਾਊਦ ਦਾ ਇਹ ਜ਼ਬੂਰ ਹੈ, ਇਹ ਗੀਤ ਜਿਹੜਾ ਵੇ ਉਹਦੀ ਕੁਵਤ ਵੀ ਹੈ ਤੇ ਉਹਦਾ ਗੀਤ ਹੀ ਉਹਦੀ ਕੁਵਤ ਹੈ। ਦੈਟਸ ਇੰਟਰਸਟਿੰਗ ਕਿ ਜੀ ਅਸੀਂ ਬਾਜ਼ ਔਕਾਤ ਸਮਝਦੇ ਗੀਤ ਗਾਣਾ ਜਾਂ ਜਨਾਬ ਬਾਜ਼ ਔਕਾਤ ਪਰਫਾਰਮੈਂਸ ਹੋ ਜਾਂਦੀ ਹੈ, ਬਾਜ਼ ਔਕਾਤ ਇਟਸ ਕਾਈਂਡ ਆਫ ਜਸਟ ਪਾਰਟੀਸਿਪੇਸ਼ਨ, ਜਾਂ ਅਸੀਂ ਖੁਦਾ ਦੀ ਹਜ਼ੂਰੀ 'ਚ ਬੈਠੇ ਹਾਂ, ਅਸੀਂ ਚੁੱਕੇ ਗੀਤ ਗਾਣੇ ਨੇ ਤੇ ਲੋ ਜੀ ਅਸੀਂ ਗਾਣ ਰਹੇ ਹਾਂ। ਬਟ ਦੈਟਸ ਨਾਟ ਓਨਲੀ ਦ ਕੇਸ। ਐਕਚੁਅਲੀ ਵੀ ਆਰ ਸ਼ੋਇੰਗ ਐਂਡ ਐਕਸਪ੍ਰੈਸਿੰਗ ਗॉड ਸਟਰੈਂਥ through our praise. That's the important thing. ਔਰ ਇਸੇ ਲਈ ਅਸੀਂ ਵੇਖਾਂਗੇ ਕਿ ਜਿਹੜੀ ਇੱਕ ਹੋਰ ਚੀਜ਼ ਜਿਹੜੀ ਸਾਡੇ ਇਹਦੇ ਵਿੱਚ ਸਾਹਮਣੇ ਹੁੰਦੀ ਹੈ, ਤੁਸੀਂ ਵੇਖੋਗੇ ਕਿ ਜਿਹੜੀ ਗੀਤ ਗਾਉਣ ਦੀ ਜਿਹੜੀ ਸ਼ਾਦਮਾਨੀ ਹੈ, ਕਿਉਂਕਿ ਖੁਦਾ ਦਾ ਬੰਦਾ ਸਫਨੀਆਂ ਇਹ ਕਹਿੰਦਾ ਵੇ ਕਿ ਖੁਦਾਵੰਦ ਕੀ ਸ਼ਾਦਮਾਨੀ ਕੀ ਹੈ ਮੇਰੀ ਜਾਂ ਤੁਹਾਡੀ ਪਨਾਹਗਾਹ ਹੈ, ਠੀਕ ਹੈ ਜੀ। ਯਾਨੀ ਖੁਦਾ ਦੀ ਜਿਹੜੀ ਜੋਏ ਵੇ, ਜਿਹੜੀ ਗਲੈਡਨੈਸ ਹੈ ਖੁਦਾ ਦੇ ਬਾਰੇ 'ਚ ਜਿਹੜਾ ਖੁਦਾ ਸਾਨੂੰ ਦਿੰਦਾ ਵੇ, ਦੈਟ ਇਜ਼ ਆਵਰ ਸਟਰੈਂਥ। ਔਰ ਉਹ ਗਲੈਡਨੈਸ
ਉਹ ਜਿਹੜੀ ਖੁਦਾ ਦੀ ਜ਼ੋਰੀ ਜਿਹੜੀ ਸਾਡੀ ਜੋਸ਼ ਹੈ ਸ਼ਾਦਮਾਨੀ ਜਿਹੜੀ ਹੈ ਉਹ ਆਉਂਦੀ ਹੈ ਥਰੂ ਪ੍ਰੇਜ਼ ਦੈਟ ਕਮ ਥਰੂ ਪ੍ਰੇਜ਼ ਐਂਡ ਵਰਸ਼ਿਪ ਓਕੇ ਜੀ ਸੋ ਵੈਲਕਮ ਜੀ ਚੌਹਾਨ ਸਾਹਿਬ ਨੇ ਸਾਨੂੰ ਜੁਆਇਨ ਕੀਤਾ ਵੇ ਔਰ ਅਸੀਂ ਚੌਹਾਨ ਸਾਹਿਬ ਦੇ ਕੋਲੋਂ ਰਿਫਲੈਕਸ਼ਨ ਦੇ ਐਂਡ ਤੇ ਅਸੀਂ ਉਹਨਾਂ ਕੋਲ ਜ਼ਬੂਰ 28 ਦੀ ਧੁਨ ਜਿਹੜੀ ਹੈ ਉਹ ਅਸੀਂ ਉਹਨਾਂ ਕੋਲੋਂ ਲਾਈਵ ਸੁਣਾਂਗੇ ਓਕੇ ਸੋ ਇਹ ਜ਼ਬੂਰ ਦੀਆਂ ਕੁੱਲ ਜਿਹੜੀਆਂ ਨੇ ਮਿਲਾ ਕੇ ਜਿਹੜੀਆਂ ਨੇ ਮੇਰੇ ਖਿਆਲ ਵਿੱਚ ਹਾਂਜੀ 9 ਆਇਤਾਂ ਨੇ ਠੀਕ ਹੈ ਔਰ 9 ਆਇਤਾਂ ਨੂੰ ਮੈਂ ਤਕਸੀਮ ਕੀਤਾ ਵਾ ਜਨਾਬ 3 ਵੱਡੇ ਹਿੱਸਿਆਂ ਦੇ ਵਿੱਚ ਠੀਕ ਹੈ 3 ਵੱਡੇ ਹਿੱਸੇ ਕਿਹੜੇ ਨੇ ਪਹਿਲੀਆਂ 2 ਆਇਤਾਂ ਜਿਹੜੀਆਂ ਨੇ ਇਹ ਪਹਿਲਾ ਹਿੱਸਾ ਵੀ ਔਰ ਇਹਦਾ ਟੌਪਿਕ ਹੈ ਜਿਹੜਾ ਸਿੰਗਰ ਹੈ ਜਾਂ ਜਿਹੜਾ ਜ਼ਬੂਰ ਨਵੀਸ ਹੈ ਉਹ ਖੁਦਾ ਅੱਗੇ ਦੁਆ ਕਰਦਾ ਵੇ ਕਿ ਪਲੀ ਮਿੰਨਤ ਕਰਦਾ ਖੁਦਾ ਕਿ ਮੇਰੀ ਆਵਾਜ਼ ਨੂੰ ਕੀ ਕਰ ਸੁਣ ਲੈ ਯਾਨੀ ਇੱਥੇ ਦਿਲਚਸਪ ਗੱਲ ਕੀ ਹੈ ਗੋਡ ਹੀਅਰ ਦਾ ਸਾਊਂਡ ਆਫ ਮਾਈ ਵੌਇਸ ਠੀਕ ਹੈ ਕੀ ਸੁਣ ਕਿ ਮੇਰੀ ਆਵਾਜ਼ ਜਿਹੜੀ ਹੈ ਉਹਦੀ ਜਿਹੜੀ ਗੂੰਜ ਹੈ ਉਹਨੂੰ ਸੁਣ ਖੁਦਾਵੰਦ ਲਿਸਨ ਦਾ ਸਾਊਂਡ ਦੈਟਸ the main topic of this psalm is sound of the singer ਠੀਕ ਹੈ ਉਹਦਾ ਸਾਊਂਡ ਜਿਹੜਾ ਵੇ ਕਿਉਂਕਿ ਸਾਊਂਡ ਦੀ ਸਟਰੈਂਥ ਹੈ ਸਾਊਂਡ ਹੀ ਖੁਦਾ ਨੂੰ ਕਹਿੰਦਾ ਸੁਣ ਔਰ ਬੜੀ ਦਿਲਚਸਪ ਗੱਲ ਹੈ ਜਿਹੜਾ ਉਹਨੇ ਜਿਹੜਾ ਵਰਡ ਪਲੇ ਕੀਤਾ ਵਾ ਨਾ ਇਹਦੇ ਵਿੱਚ ਦੈਟਸ ਇੰਟਰਸਟਿੰਗ ਓਕੇ ਦੂਜਾ ਜਿਹੜਾ ਹਿੱਸਾ ਵੇ ਨਾ ਉਹ ਵੇ ਜਨਾਬ 3 ਆਇਤ ਤੋਂ ਲੈ ਕੇ ਤੇ 5ਵੀਂ ਆਇਤ ਤੱਕ ਠੀਕ ਹੈ ਜਿਹੜਾ ਇਹ ਵਾਲਾ ਹਿੱਸਾ ਵੇ ਇਹਦੇ ਵਿੱਚ ਜ਼ਬੂਰ ਨਵੀਸ ਜਿਹੜਾ ਵੇ ਨਾ ਉਹ ਦੁਆ ਕਰਦਾ ਵੇ ਖੁਦਾਵੰਦ ਮੈਨੂੰ ਰਿਆਕਾਰਾਂ ਤੋਂ ਤੇ ਜਿਹੜੇ ਝੂਠੇ ਲੋਕ ਨੇ ਨਾ ਰਿਆਕਾਰ ਮੈਨੂੰ ਉਹਨਾਂ ਤੋਂ ਬਚਾ ਲੈ ਠੀਕ ਹੈ ਜੀ ਔਰ ਉਹਨਾਂ ਨੂੰ ਬਚਾ ਔਰ ਫਿਰ ਅੱਗੇ ਕਹਿੰਦਾ ਕਿ ਉਹਨਾਂ ਦੀ ਤੂੰ ਅਦਾਲਤ ਕਰੋ ਕਿਵੇਂ ਕਰੇਗਾ ਅਸੀਂ ਜਦੋਂ ਆਇਤ ਦੇ ਵਿੱਚ ਜਾਵਾਂਗੇ ਅਸੀਂ ਵੇਖਾਂਗੇ ਸੋ ਸੈਕੰਡ ਪਾਰਟ ਹੋ ਗਿਆ 3 ਤੋਂ 5 ਆਖਰੀ ਜਿਹੜਾ ਪਾਰਟ ਹੈ ਦੈਟ ਸਟਾਰਟ ਫਰੋਮ ਵਰਸ ਅਗਰ ਮੈਂ ਇਹਨੂੰ ਵੇਖਾਂ ਸਹੀ ਤਰੀਕੇ ਨਾਲ ਤੇ 5ਵੀਂ ਆਇਤ ਮੈਂ ਆਇਆ ਹਾਂ 6ਵੀਂ ਤੋਂ ਲੈ ਕੇ ਤੇ 9ਵੀਂ ਆਇਤ ਤੱਕ ਠੀਕ ਹੈ ਜੀ ਦੈਟਸ ਥਰਡ ਪਾਰਟ ਸੋ 3 ਮੇਜਰ ਹਿੱਸੇ ਨੇ ਜਿਹੜਾ ਆਖਰੀ ਹਿੱਸਾ ਵੇ ਉਹਨੂੰ ਮੈਂ ਨਾਂ ਦਿੱਤਾ ਵੇ ਕਿ ਐਕਚੁਅਲੀ ਜਿਹੜਾ ਆਖਰੀ ਹਿੱਸਾ ਵੇ ਉਹ ਤੁਸੀਂ ਵੇਖੋਗੇ ਕਿ ਜਿਹੜਾ ਜ਼ਬੂਰ ਨਵੀਸ ਹੈ ਉਹ ਹੁਣ ਆਪਣੀ ਪਰਸਨਲ ਇੰਡੀਵਿਜੂਅਲਿਜ਼ਮ ਤੋਂ ਨਿਕਲ ਕੇ ਨਾਓ ਹੀ ਇਜ਼ ਐਂਟਰਿੰਗ ਟੂ ਮਤਲਬ ਇਹਨੂੰ ਮੈਂ ਅਗਰ ਰਾਈਮਿੰਗ ਬਣਾਵਾਂ ਨਾਓ ਹੀ ਇਜ਼ ਟ੍ਰਾਂਸੈਂਡਿੰਗ ਦਾ ਮਤਲਬ ਹੈ ਕਿਸੇ ਚੀਜ਼ ਤੋਂ ਉੱਤੇ ਹੋ ਜਾਣਾ ਆਪਣੀ ਇੰਡੀਵਿਜੂਅਲਿਟੀ ਤੋਂ ਉੱਤੇ ਹੋ ਕੇ ਉਹ ਹੁਣ ਕਮਿਊਨਿਟੀ ਦੇ ਬਾਰੇ ਫਿਕਰ ਕਰਦਾ ਵੇ ਕਿ ਬਰਾਦਰੀ ਮੇਰੀ ਕੌਮ ਜਿਹੜੀ ਹੈ ਉਹ ਖੁਦਾਵੰਦ ਤੇਰੇ ਨਾਲ ਕਿਵੇਂ ਰਹੇਗੀ ਸੋ 3 ਮੇਜਰ ਸਾਨੂੰ ਇਹਦੇ ਥੀਮ ਨਜ਼ਰ ਆਉਂਦੇ ਨੇ ਨੰਬਰ 1 ਸੋ ਪਹਿਲੀਆਂ 2 ਆਇਤਾਂ ਅਸੀਂ ਵੇਖਦੇ ਹਾਂ ਜੀ ਇਟ ਇਜ਼ ਹਿਜ਼ ਪਲੀ ਔਰ ਪਲੀ ਕੀ ਹੈ ਔਰ ਸਾਊਂਡ ਉਹ ਕਹਿੰਦਾ ਖੁਦਾਵੰਦ ਮੇਰੀ ਦੁਆ ਤਾਂ ਸੁਣ ਹੁਣ ਕੀ ਕਹਿ ਰਿਹਾ ਆਂਦਾ ਹੈ ਖੁਦਾਵੰਦ ਮੈਂ ਤੁਝ ਹੀ ਕੋ ਪੁਕਾਰੂੰਗਾ ਆਂਦਾ ਮੈਂ ਖੁਦਾਵੰਦ ਤੇਰੇ ਲਈ ਮੈਂ ਕੀ ਕਰਾਂਗਾ ਆਈ ਵਿਲ ਕਾਲ ਯੂ ਆਈ ਵਿਲ ਕਰਾਈ ਐਕਚੁਅਲੀ ਜਿਹੜਾ ਇੱਥੇ ਲਫ਼ਜ਼ ਹੈ ਨਾ ਜਿਹੜਾ ਪੁਕਾਰੂੰਗਾ ਮਤਲਬ ਹੈ ਆਈ ਵਿਲ ਕਰਾਈ ਆਊਟ ਮਤਲਬ ਐਂਗੁਸ਼ ਦੇ ਵਿੱਚ ਜਾ ਕੇ ਬੰਦਾ ਜਦੋਂ ਪਰੇਸ਼ਾਨੀ ਮੁਸੀਬਤ ਸਖਤ ਤਕਲੀਫ ਦੇ ਵਿੱਚ ਜਦੋਂ ਚਿੱਲਾ ਉੱਠਦਾ ਬਣਾਉਂਦਾ ਆਈ ਵਿਲ ਕਰਾਈ ਆਊਟ ਉੱਚੀ ਆਵਾਜ਼ ਦੇ ਨਾਲ ਮੈਂ ਤੈਨੂੰ ਕੀ ਕਰਾਂਗਾ ਪੁਕਾਰਾਂਗਾ ਅੱਛਾ ਹੁਣ ਖੁਦਾਵੰਦ ਤੇ ਹੈ ਵੇ ਪੈਰਲਲਿਜ਼ਮ ਜੂਇਸ਼ ਪੋਇਟਰੀ ਦਾ ਪੈਰਲਲਿਜ਼ਮ ਯਾਦ ਰੱਖੋ ਇੱਕ ਕਨਸੈਪਟ ਨੂੰ 2 ਜਾਂ 3 ਮੁਖਤਲਿਫ ਵਰਬ ਦੇ ਨਾਲ ਉਹਨੂੰ ਪੇਸ਼ ਕਰਨਾ ਹੁਣ ਖੁਦਾਵੰਦ ਤੇ ਹੈ ਮੇਰੀ ਆਵਾਜ਼ ਤੇ ਸੁਣ ਮੈਂ ਤੈਨੂੰ ਪੁਕਾਰਾਂਗਾ ਲੇਕਿਨ ਐ ਮੇਰੀ ਚਟਾਨ ਮਾਈ ਰੌਕ ठीक है खुदावंद तू मेरी चट्टान है तू मेरी तरफ से अपने कन्न बंद ना कर अच्छा ਜਿਹੜਾ ਇੱਥੇ ਮੈਂ ਇੱਕ ਤਰਜਮਾ ਪੜਨ ਡਿਆ ਹਾਂ ਇਹ ਤਾਂ ਬੜਾ ਇਹਨਾਂ ਨਾ ਥੋੜਾ ਜਿਹਾ ਹੱਥ ਹੌਲਾ ਰੱਖ ਕੇ ਨਾ ਮਤਲਬ ਖੁਦਾ ਦੇ ਬਾਰੇ 'ਚ ਸਾਡੇ ਕੰਟੈਕਸਟ ਦੇ ਵਿੱਚ ਨਾ ਥੋੜਾ ਜਿਹਾ ਉਹਨਾਂ ਤਰਜਮਾ ਜ਼ਰਾ ਯੂਫੇਮੈਟਿਕ ਲੈਂਗੁਏਜ ਯੂਜ਼ ਕੀਤੀ ਹੈ ਓਰੀਜਨਲ ਹਿਬਰੂ ਦਾ ਅਗਰ ਤਰਜਮਾ ਕਰੀਏ ਨਾ ਉਹ ਪਤਾ ਕੀ ਬਣਦਾ ਉਹ ਬਣਦਾ ਵੇ ਕਿ My rock do not be deaf to me ਖੁਦਾਵੰਦ ਮੇਰੇ ਲਈ ਬੋਲਾ ਹੋ ਕੇ ਨਾ ਬੈ ਠੀਕ ਹੈ ਨਾ ਇੰਟਰਸਟਿੰਗਲੀ ਮਤਲਬ ਸਾਡੇ ਕੰਟੈਕਸਟ ਜਿੱਥੇ ਅਸੀਂ ਬਜ਼ੁਰਗਾਂ ਦੀ ਇੱਜ਼ਤ ਕਰਨੇ ਆ ਔਰ ਅਸੀਂ ਖੁਦਾ ਨੂੰ ਕਈ ਲੋਕੀ ਦੁਆ ਕਰਦੇ ਨੇ ਆਪ ਜਨਾਬ ਕਰਕੇ ਠੀਕ ਹੈ ਨਾ ਔਰ ਬੜੀ ਇੱਜ਼ਤ ਔਰ ਤਕਰੀਮ ਦੇ ਨਾਲ ਕਿ ਜੀ ਖੁਦਾ ਜਿਹੜਾ ਵੇ ਮਤਲਬ ਸਾਡਾ ਲੇਕਿਨ ਦੈਟ ਇਜ਼ ਦਾ ਬਿਊਟੀ ਐਂਡ ਦਾ ਬੋਲਡਨੈਸ ਆਫ ਅ ਕਲੋਜ਼ ਇੰਟੀਮੇਟ ਰਿਲੇਸ਼ਨਸ਼ਿਪ ਠੀਕ ਹੈ ਮੈਨੂੰ ਉਹ ਗਾਣਾ ਨਹੀਂ ਯਾਦ ਆਉਂਦਾ ਚੌਹਾਨ ਸਾਹਿਬ ਸ਼ਾਇਦ ਮੇਰੀ ਮਦਦ ਕਰਨਗੇ ਗਾਣੇ ਦੇ ਵਿੱਚ ਮੈਨੂੰ ਬੋਲ ਯਾਦ ਆ ਗਿਆ ਐਕਚੁਅਲੀ ਇੱਕ ਮੇਰੀ ਹਸਨ ਦੀ ਗਜ਼ਲ ਚੌਹਾਨ ਸਾਹਿਬ ਮੁਹੰਮਦ ਅਲੀ ਤੇ ਫਿਲਮਾਈ ਗਈ ਸੀ ਯਾਦ ਆ ਗਿਆ ਠੀਕ ਹੈ ਆ ਗਿਆ रफ्ता रफ्ता वो मेरी हस्ती का सामा हो गए अगला मिसरा की है जी चौहान साहब पहले गुल फिर गुलबदन फिर गुलबदामा हो गए नहीं तीसरा अंतर है पहला वे किसी पहले जहां फिर जाने जहां तो फिर जाने जहां हो ठीक है ना सो
ਇੱਜ਼ਤ ਔਰ ਤਕਰੀਮ ਜਿਹੜੀ ਹੈ that is go when you go to more intimate relationship, ਉਹਦੇ ਵਿੱਚ ਜਿਹੜਾ ਆਪ ਜਨਾਬ ਖਤਮ ਹੋ ਜਾਂਦਾ, ਫਿਰ ਕੀ ਸ਼ੁਰੂ ਹੁੰਦਾ ਹੈ, ਫਿਰ ਤੂੰ ਤੜਕ ਸ਼ੁਰੂ ਹੁੰਦਾ ਵੇ, ਠੀਕ ਹੈ ਜੀ। ਫਿਰ ਤੂੰ ਤੜਕ ਤੋਂ ਬਾਅਦ तुम हुए फिर तू का हुनवा हो गया। ਵਾਹ ਵਾਹ, ਵੇਖਿਆ ਨਾ ਅੰਕਲ ਜੀ ਨੂੰ ਯਾਦ ਆ ਗਿਆ, ਠੀਕ ਹੈ। ਓਕੇ, ਸੋ ਦੈਟ ਇਜ਼ ਅ ਕਾਈਂਡ ਆਫ ਬਿਊਟੀ। ਲੇਕਿਨ ਇਹਦਾ ਇੱਕ ਖਤਰਾ ਜਿਹੜਾ, ਹਾਂਜੀ, आपसे तुम हुए, हाँ आपसे तुम हो गए, तुमसे तू हो गए, ठीक है ना। ओके, आपसे ਸੋ ਅਸੀਂ ਗੱਲ ਕਰਨ ਦੇ वो हो ਜੀ गए। ਇੰਟੀਮੇਟ ਰਿਲੇਸ਼ਨਸ਼ਿਪ ਜਿਹੜਾ ਵੇ, ਠੀਕ ਹੈ, ਦੈਟਸ ਵਾਟ ਹੀ ਸੇਇੰਗ ਕਿ ਉਹ ਕਹਿੰਦਾ ਖੁਦਾਵੰਦ, ਵੇਖੋ ਉਰਦੂ ਤਰਜਮਾ ਕਿੱਡਾ ਸੌਫਟ ਜਿਹਾ ਵੇ, ਖੁਦਾਵੰਦ ਮੇਰੀ ਤਰਫ ਸੇ ਕਾਨ ਬੰਦ ਨਾ ਕਰ, ਠੀਕ ਹੈ ਨਾ, ਬੜਾ ਸੌਫਟ ਜਿਹਾ ਵੇ ਹੈ। ਤੇ ओरिजिनल हिब्रू ਕੀ ਕਹਿੰਦੇ ਇਹ, ਅਡੋਨਾਈ ਆਈ ਕ੍ਰਾਈ ਆਊਟ ਮਾਈ ਰੌਕ, ਮੇਰੇ ਵੱਲੋਂ ਬੋਲਾ ਨਾ ਹੋ, ਖੁਦਾਵੰਦ ਮੇਰੀ ਗੱਲ ਸੁਣ, ਮੇਰੀ ਆਵਾਜ਼ ਸੁਣ। ਇੰਟਰਸਟਿੰਗ, ਓਕੇ, ਐਨੀਵੇ, ਓਕੇ ਜੀ। ਆਂਦਾ ਜੀ ਕੰਨ ਬੰਦ ਨਾ ਕਰ, ਮਤਲਬ ਬੋਲਾ ਨਾ ਹੋ, ਓਕੇ, ਐਸਾ ਨਾ ਹੋ। ਇੰਟਰਸਟਿੰਗ ਆਂਦਾ ਮੈਂ ਤੇ ਕ੍ਰਾਈ ਕਰਨ ਡਿਆ ਵਾਂ, ਆਈ ਐਮ ਕ੍ਰਾਈਂਗ ਆਊਟ, ਦ ਸਾਊਂਡ ਆਫ ਮਾਈ ਕ੍ਰਾਈ ਇਜ਼ ਗੋਇੰਗ ਟੂ ਯੂ। ਆਂਦਾ ਇੰਜ ਨਾ ਹੋਏ ਕਿ ਮੈਂ ਤੇ ਬੋਲੀ ਹੋਣ ਡਿਆ ਵਾਂ ਤੇ ਤੂੰ ਕੀ ਕਰਕੇ ਬਹਿ ਰਿਹਾ ਵੇਂ, ਨਾ ਸਿਰਫ ਤੂੰ ਬੋਲਾ ਨਾ ਹੋ, ਬਲਕਿ ਤੂੰ ਗੂੰਗਾ ਵੀ ਹੋ ਕੇ ਚੁੱਪ ਨਾ ਰਹਿ, ਓਕੇ। ऐसा ना हो कि अगर तू मेरी तरफ से खामोश रहे, क्योंकि द साइलेंस जड़ा है, क्योंकि मुर्दे गलबात नहीं करते, मुर्दे बोलते नहीं ने। हुण अपने वाल इशारा करन दिया वे, आंदा खुदावन जे तू मेरे वाल ना होए, इंज ना हो जाए कि मैं ਜਿਹੜੇ ਲੋਕੀ ਕਬਰਾਂ ਦੇ ਵਿੱਚ ਪਏ ਹੋਏ ਨੇ, ਮੈਂ ਉਨकी मानंद बन जाऊं जो पाताल में जाते हैं, जिथे खामोशी है, जिथे कोई आवाज़ नहीं है, देयर इज़ नो साउंड। ਇੱਕ ਗਾਣਾ ਬੜਾ ਮਸ਼ਹੂਰ ਹੋਇਆ ਵੇ ਇੱਥੇ, ਉਹਦੀ ਬੜੇ ਵਰਜਨ ਆਏ ਨੇ ਇੱਥੇ ਨਾ ਅਮਰੀਕਾ ਦੇ ਵਿੱਚ, ਸ਼ਾਇਦ ਤੁਸੀਂ ਸੁਣਿਆ ਹੈਗਾ ਕਦੇ ਇਤਫਾਕ ਹੋਏ, ਸਾਊਂਡ ਆਫ ਸਾਇਲੈਂਸ, ਸਾਊਂਡ ਆਫ ਸਾਇਲੈਂਸ, ਦੈਟਸ ਪਾਵਰਫੁਲ। ਹਾਰਮੋਨਾਈਜ਼ ਕਰਕੇ ਬੜੇ ਬੈਂਡਸ ਨੇ, ਬੜੇ ਗਰੁੱਪਸ ਨੇ, ਉਹਨੂੰ ਅਕਾਪੈਲਾ ਵੀ ਗਾਇਆ ਵੇ, ਔਰ ਇਟਸ ਅ ਪਾਵਰਫੁਲ ਮੈਲੋਡੀ, ਮਤਲਬ ਜ਼ਬਰਦਸਤ। ਮਤਲਬ ਆਈ ਮੋਸਟਲੀ ਮੈਂ ਗੱਡੀ 'ਚ ਜਾਂਦਾ, ਕਈ ਵਾਰ ਮੈਂ ਸੁਣਨਾ ਵਾ ਦ ਸਾਊਂਡ ਆਫ ਸਾਇਲੈਂਸ। ਤੇ ਜ਼ਬੂਰ ਵਿੱਚ ਤੇ ਕੀ ਕਹਿ ਰਿਹਾ ਵੇ ਕਿ ਖੁਦਾਵੰਦ ਮੈਂ ਤੈਨੂੰ ਪੁਕਾਰਨ ਡਿਆ ਵਾਂ, ਮੇਰੇ ਵੱਲੋਂ ਬੋਲਾ ਨਾ ਹੋ, ਇੰਜ ਨਾ ਹੋਏ ਕਿ ਜੇ ਤੂੰ ਮੇਰੀ ਸੁਣੇਗਾ ਹੀ ਨਹੀਂ ਤੇ ਫਿਰ ਤੇ ਮੈਂ ਉਹਨਾਂ ਵਰਗਾ ਹੋ ਜਾਵਾਂਗਾ ਜਿਨ੍ਹਾਂ ਦੇ ਮੂੰਹ ਤੇ ਕੀ ਲੱਗ ਗਈ ਹੈ, ਜ਼ਿਪ ਲੱਗ ਗਈ ਹੋਈ ਹੈ। ਦੇ ਆਰ ਸਾਇਲੈਂਸ, और साइलेंस भी कैसी खामोशी, पाताल किसी मौत किसी खामोशी, मैं उन्हें जा मिलांगा। ओके, तो दूसरी आयत कहता जी, जब मैं तुझसे फरियाद करूं, हम तो नोट करो पहली आयत का पहला हिस्सा, मैं पुकारूं, आई विल क्राई आउट। दूसरा की है, जब मैं तुझसे क्या करूं, क्राई आउट, मैं फरियाद करा जो खुदा। फरियाद अगेन इज वेरी टेंस वर्ड, ठीक है। इट्स नॉट काइंड ऑफ कैसी चुप करके जाके जनाब कोई अपनी कंप्लेन लिख के दे दी है, नो दैट्स नॉट कंप्लेन, दिस इज जस्ट लाइक अगर मैं इंडियन माहौल लवां तो एन जी है कि जिवें लोकी जो मंदिर जाते हैं तो कई फिल्मों तो वेखा ना, मैनूं तो इतफाक नहीं होया डायरैक्ट वेखण दा, लेकिन जिहड़ा बंदा बड़ी परेशानी दे विच मुसीबत दे विच मंदिर जांदा वे, जिद्दां कोई टेंस सीन चलदा हुंदा वे, कोई ट्रैजेडी चलदी हुंदी है, वो जाके मंदिर दीयां घंटियां ठा 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 मारदे ने, ठीक है, ताकि जिहड़ा देवता वे उत्थे या देवी उत्थे बैठी वो की करे, वो जाग जाए, वो सुने कि भाई कौन आ गया इत्थे, किन्ने लिया के वो जा दिता वे, ठीक है ना। So that's kind of the this is kind of the idea, the concept है वो है भी कि मैं जब तुझसे फरियाद करूं और अपने हाथ, ओके, नॉट ओनली द वॉइस बट माई बॉडी, माई जेस्चर, ठीक है, जब मैं अपने हाथ तेरी मुकद्दस हैकल की तरफ उठाऊं, ओके जी, हियर यू गो, अंदर ना सिर्फ मेरा माइंड, माई सोल, माई वॉइस, लेकिन मेरी बॉडी, मेरे हाथ जिहड़े ने खुदावंद वो भी तेरी हैकल दे वाल उठाए जान जिदों, तो कहता तू मेरी मिन्नत की आवाज़ को सुन ले। अगेन कैन यू इमेजिन द साउंड ऑफ माई सॉन्ग, मेरी मिन्नत की आवाज़, पुकारूं, कन्न बंद ना कर, खामोशी, हैकल अल हथ करके मैं फरियाद करा, आवाज़ को सुन ले, लिसन द साउंड, सुन ले। सो पहलियां दो आयतां सी वेने आ कि वो जनाब जिहड़ा दाऊद है ज़बूर नूं छड़ावे, वो अपने परसनल रिलेशनशिप नूं, परसनल इंटीमेसी नूं और परसनल रिलेशनशिप नूं थ्रू द इमेज एंड द वर्ब ऑफ वॉइस, साउंड, साइलेंस एंड सॉन्ग, इहदे जरिए उन्होंने की करदा वे, खुदा सामने पेश करदा वे। ओके, तीसरी तो लैके पंजवीं है जिहड़ी है ना, नाउ ही चेंज हिज फोकस, ਉਹਦਾ ਜਿਹੜਾ ਸ਼ਿਫਟ ਹੁੰਦੀ ਹੈ ਹੁਣ
ਉਹ ਜਾ ਰਹੀ ਹੈ ਉਹਨਾਂ ਲੋਕਾਂ ਤੇ ਜਿਨ੍ਹਾਂ ਦੇ ਵਿੱਚ ਵਸਦਾ ਵੇ ਜਾਂ ਹਿਪੋਕ੍ਰੇਟ ਲੋਕਾਂ ਦੇ ਨਾਲ। ਓਕੇ, ਮੈਂ ਜਦੋਂ ਪੜ੍ਹਨ ਡਿਆ ਨਾ ਜਾਂ ਮੈਂ ਇਹਨੂੰ ਹੋਰ ਵੀ ਖਾਦਮਾਂ ਨੂੰ ਸੁਣਨ ਡਿਆ ਹਾਂ, ਮੈਂ ਕਿਹਾ ਸੁਣਨ ਸੀ ਬਾਕੀ ਖਾਦਮ ਜਿਹੜੇ ਨੇ ਉਹਨਾਂ ਇਸ ਬਾਰੇ 'ਚ ਕੀ ਗੱਲ ਕੀਤੀ ਹੈ। ਆਈ ਵਾਜ਼ ਵੰਡਰਿੰਗ ਕਿ ਕੋਈ ਬੰਦਾ ਇਸ ਤੀਸਰੀ ਤੇ ਚੌਥੀ ਤੇ ਪੰਜਵੀਂ ਆਇਤ ਦਾ ਜਿਹੜਾ ਕੌਨਸੈਪਟ ਹੈ ਨਾ, ਮੁਝੇ ਸ਼ਰੀरों से बचा, ਠੀਕ ਹੈ ਨਾ, ਇਹਨੂੰ ਰਿਲੇਟ ਕਰੇ ਦੁਆਏ ਰਬਾਨੀ ਦੇ ਨਾਲ, ਜਿੱਥੇ ਦੁਆਏ ਰਬਾਨੀ ਨੇ ਹੀ ਕਹਿੰਦੇ ਕਿ ਖੁਦਾਵੰਦ ਕੀ ਦੁਆਏ ਰਬਾਨੀ ਦੇ ਵਿੱਚ ਆਉਂਦਾ ਕਿ ਮੁਝੇ ਕਿਸ ਸੇ ਬਚਾ, आजमाइश में ना पड़ने दे बल्कि बुराई से बचा। Here you go, मुझे बुराई से बचा। ओके, नाउ ਇਹ बुराई है ਕੀ ਹੈ? ਅੱਛਾ ਕਰੀਆਂ ਗੌਰ ਕੀਤਾ ਦੁਆਏ ਰਬਾਨੀ, ਵਾਟ ਇਜ਼ ਦਿਸ ਬੁਰਾਈ ਐਕਚੁਅਲੀ, ਵਾਟ ਇਜ਼ ਦਿਸ ਈਵਲ, ਇਹ ਈਵਲ ਹੈ ਕੀ ਹੈ? ਠੀਕ ਹੈ, ਮੈਨੂੰ ਇੰਝ ਲੱਗਦਾ ਵੇ ਕਿ ਐਕਚੁਅਲੀ ਖੁਦਾਵੰਦ ਯਿਸੂ ਮਸੀਹ ਨੇ ਜਦੋਂ ਆਪਣੇ ਸ਼ਾਗਿਰਦਾਂ ਨੂੰ ਦੁਆ ਕਰਨੀ ਸਿਖਾਈ ਹੈ ਨਾ, ਠੀਕ ਹੈ, ਉਹਦੇ ਵਿੱਚ ਜਦੋਂ ਯਿਸੂ ਮਸੀਹ ਨੇ ਕਿਹਾ ਨਾ ਕਿ ਹਮੇ ਬੁਰਾਈ ਸੇ ਬਚਾ, ਓਕੇ, ਇਹਦਾ ਬੁਰਾਈ ਦਾ ਇੱਕ ਤੇ ਇਹਦੇ ਦੋ ਕਨਸੈਪਟ ਨੇ। ਇੱਕ ਬੁਰਾਈ ਤੇ ਹੋਵੇ ਜਿਹੜੀ ਸਾਡੇ ਅੰਦਰੋਂ ਨਿਕਲਦੀ ਹੈ, ਠੀਕ ਹੈ, ਬੀਇੰਗ ਅ ਹਿਊਮਨ। ਯਿਸੂ ਮਸੀਹ ਕਿਹਾ ਸੀ ਕੋਈ ਵੀ ਚੀਜ਼ ਬਾਹਰੋਂ ਜਾ ਕੇ ਨਾਪਾਕ ਨਹੀਂ ਕਰਦੀ, ਬਲਕਿ ਬੰਦਾ ਕਿੱਥੋਂ ਨਾਪਾਕ ਹੁੰਦਾ ਹੈ? ਅੰਦਰੋਂ ਜੋ ਕੁਛ ਨਿਕਲਦਾ ਹੈ। ਅੱਛਾ, ਦੂਸਰੀ ਜਿਹੜੀ ਮੈਨੂੰ ਇੱਥੇ ਈਵਲ ਨਜ਼ਰ ਆਉਂਦੀ ਨੇ, ਜਿਹੜੇ ਮੇਰੀ ਇਹ ਜ਼ਬੂਰ ਜਿਹੜਾ ਵੇ ਨਾ, ਇਹਨੇ ਮੇਰੀ ਮਦਦ ਕੀਤੀ ਹੈ ਇਸ ਕਨਸੈਪਟ ਨੂੰ ਕਨਸੀਵ ਕਰਨ ਲਈ। ਉਹ ਕੀ ਹੈ? ਜਿਹੋ ਜਿਹੇ ਲੋਕਾਂ 'ਚ ਅਸੀਂ ਉੱਠਣੇ ਬਹਿੰਦੇ ਆ ਨਾ, ਸਾਡੇ ਆਲੇ ਦੁਆਲੇ ਦਾ ਐਟਮੋਸਫੇਅਰ ਕੀ ਹੈ, ਸਾਡਾ ਕਲਾਈਮੇਟ ਕੀ ਆਲੇ ਦੁਆਲੇ ਦਾ, ਠੀਕ ਹੈ, ਦੈਟ ਇਜ਼ ਆਲਸੋ ਈਵਲ। ਠੀਕ ਹੈ, ਤੁਹਾਨੂੰ ਯਾਦ ਹੋਏਗਾ, ਜ਼ਰਾ ਖੋਲੋ ਹਵਾਲਾ ਹੈ ਕਿ ਯਸਾਇਆ ਨਬੀ ਦਾ ਸਹੀਫਾ ਜ਼ਰਾ ਖੋਲੋ ਜੀ, ਪਹਿਲਾ ਬਾਬ, ਯਸਾਇਆ ਪਹਿਲਾ ਬਾਬ ਖੋਲੋ ਜ਼ਰਾ। नहीं पहला नहीं, पंजवा, सॉरी, पंजवा बाब 8वीं आयत। सिस्टर ज्योति जरा खोलो, हाँ, 8वीं आयत, 11वीं आयत, फिर उसके बाद 18वीं आयत, तो फिर उसके बाद 21 आयत, तो फिर 22 आयत। नंबर 1 पंजवें बाब की 8वीं आयत। मैं पढ़ांगी यशाया 5 ਉਹਦੀ 8ਵੀਂ ਆਇਤ। ਤੁਸੀਂ ਤਬਾਹ ਹੋ ਚੁੱਕੇ ਹੋ, ਤੁਸੀਂ ਘਰ ਅਤੇ ਖੇਤ ਹੋਰ ਮੁੱਲ ਲੈ ਰਹੇ ਹੋ ਕਿ ਆਪਣੇ ਪਹਿਲਾਂ ਵਿੱਚ ਹੋਰ ਵਾਅਦਾ ਕਰੋ, ਪਰ ਛੇਤੀ ਹੀ ਪਿੱਛੇ ਤੁਹਾਡੇ ਨੇੜੇ ਹੋਰ ਕੋਈ ਥਾਂ ਪਿੱਛੇ ਨਹੀਂ ਬਚੇਗੀ ਜਿੱਥੋਂ ਕੋਈ ਹੋਰ ਰਹਿ ਸਕੇਗਾ ਤੇ ਤੁਸੀਂ ਇਕੱਲੇ ਰਹਿ ਜਾਵੋਗੇ। ਓਕੇ, 11ਵੀਂ ਆਇਤ ਪੜ੍ਹੋ ਜ਼ਰਾ। ਤੁਸੀਂ ਤਬਾਹ ਹੋ ਚੁੱਕੇ ਹੋ, ਤੁਸੀਂ ਸਵੇਰ ਸਾਰ ਉੱਠਦੇ ਹੀ ਸ਼ਰਾਬ ਪੀਣੀ ਸ਼ੁਰੂ ਕਰ ਦਿੰਦੇ ਹੋ ਅਤੇ ਰਾਤ ਦੇ ਵੇਲੇ ਦੇਰ ਤੱਕ ਜਾਗਦੇ ਹੋ ਕਿ ਤੁਸੀਂ ਅਧਿਕ ਤੋਂ ਅਧਿਕ ਨਸ਼ਾ ਕਰ ਸਕੋ। ਥੈਂਕ ਯੂ ਅੰਕਲ ਜੋਸ਼ੂਆ, ਤੁਸੀਂ ਜ਼ਰਾ ਪੜ੍ਹਿਓ 18ਵੀਂ ਆਇਤ ਤੇ ਉਹਦੇ ਬਾਅਦ 21 ਆਇਤ। मैं पढ़ांगा यशाया नबी 5वां बाब ਦੀ 18ਵੀਂ ਆਇਤ। ਹਾਏ ਉਹਨਾਂ ਉੱਤੇ ਜਿਹੜੇ ਬਦੀ ਨੂੰ ਝੂਠ ਦੀਆਂ ਰੱਸਿਆਂ ਨਾਲ ਖਿੱਚਦੇ ਹਨ ਅਤੇ ਪਾਪ ਨੂੰ ਗੱਡੇ ਦੀਆਂ ਖਿੱਚਾਂ ਨਾਲ, ਜਿਹੜੇ ਆਖਦੇ ਹਨ ਉਹ ਛੇਤੀ ਕਰੇ, ਉਹ ਆਪਣੇ ਕੰਮ ਨੂੰ ਸ਼ਤਾਬੀ ਕਰੇ ਤਾਂ ਜੋ ਅਸੀਂ ਉਸ ਨੂੰ ਵੇਖੀਏ। ਇਸਰਾਈਲ ਦੇ ਪਵਿੱਤਰ ਪੁਰਖ ਦਾ ਪ੍ਰਯੋਜਨ ਨੇੜੇ ਆਵੇ, ਭਾਈ ਅਸੀਂ ਉਸ ਨੂੰ ਜਾਣੀਏ। 21 ਆਇਤ। ਹਾਏ ਉਹਨਾਂ ਉੱਤੇ ਜਿਹੜੇ ਆਪਣੀ ਨਿਗਾਹ ਵਿੱਚ ਸਿਆਣੇ ਹਨ ਅਤੇ ਆਪਣੇ ਖਿਆਲ ਵਿੱਚ ਵਿਵੇਕੀ ਹਨ। ਹਾਏ ਉਹਨਾਂ ਉੱਤੇ ਜਿਹੜੇ ਮਦ ਪੀਣ ਵਿੱਚ ਸੂਰਮੇ ਹਨ ਅਤੇ ਸ਼ਰਾਬ ਤਿਆਰ ਕਰਨ ਵਿੱਚ ਸੂਰਬੀਰ ਹਨ। ਥੈਂਕ ਯੂ ਜੀ। ਅੱਛਾ, ਤੁਹਾਨੂੰ ਵੇਖਿਆ ਦੋ ਤਰਜਮਿਆਂ ਦੇ ਵਿੱਚ, ਸਿਸਟਰ ਜੋਤੀ ਦੇ ਤਰਜਮੇ 'ਚ ਤੁਸੀਂ ਤਬਾਹ ਹੋ ਗਏ ਹੋ, ਠੀਕ ਹੈ। ਅੰਕਲ ਜੋਸ਼ੂਆ ਨੇ ਪੜ੍ਹਿਆ ਵੇ ਉਹਨਾਂ ਤੇ ਹਾਏ ਪਾਈਏ, ਹਾਏ ਉਹਨਾਂ ਤੇ। ਉਰਦੂ ਤਰਜਮੇ 'ਚ ਉਨ ਪਰ ਅਫਸੋਸ, उन पर अफसोस, उन पर अफसोस। और 18वीं 21 आयत, उन पर अफसोस जो अपनी नज़र में दानिशमंद और अपनी निगाह में साहिब इम्तियाज़ हैं। ओके, व्हाट इज़ द रिलेशनशिप बिटवीन दिस? ਤੁਸੀਂ ਵੇਖੋਗੇ ਕਿ ਯਸਾਇਆ ਨਬੀ ਜਦੋਂ ਅਫਸੋਸ ਕਰਦਾ ਵੇ, ਉਹ ਆਪਣੇ ਆਲੇ ਦੁਆਲੇ ਜੋ ਲੋਕ ਨੇ, ਜੋ ਬਦੀ ਔਰ ਜਿਹੜਾ ਉਹਨਾਂ ਦੇ ਆਲੇ ਦੁਆਲੇ ਜਿਹੜੇ ਗੁਨਾਹ ਆਲੂਦਾ ਹਰਕਤਾਂ ਹੋਣ ਡੀਆਂ ਨਾ, ਇਨਜਸਟਿਸ ਹੋ ਰਿਹਾ ਵੇ, ਬਦੀ ਏ, ਖੁਦਾ ਤੋਂ ਲੋਕ ਡਰਦੇ ਨਹੀਂ ਨੇ, ਉਹ ਆਪਣੇ ਸੁਸਾਇਟੀ ਔਰ ਆਪਣੇ ਕਲਚਰ 'ਤੇ ਅਫਸੋਸ ਕਰਦਾ, ਠੀਕ ਹੈ। ਕਿਉਂ? ਉਹ ਕਹਿੰਦਾ ਵੇ ਜੀ ਕਿ ਮੈਂ ਐਸੇ ਲੋਕਾਂ 'ਚ ਵਸਣਾ ਪਿਆ। ਲੇਕਿਨ ਅਲਟੀਮੇਟਲੀ 6ਵੇਂ ਬਾਬ ਜਾ ਕੇ ਸਾਨੂੰ ਪਤਾ ਲੱਗਦਾ ਵੇ ਕਿ ਉਹ ਫਿਰ ਆਪਣੇ ਆਪ 'ਤੇ ਅਫਸੋਸ ਕਰਦਾ, ਹਾਏ ਮੁਝ ਪਰ ਅਫਸੋਸ ਕਿ ਮੈਂ ਤਬਾਹ ਹੋ ਬਰਬਾਦ हुआ। क्यों? क्योंकि मैं नजिस लब लोगों में बसता हूँ। आंदा जी मैं उन्होंने लोगों 'ਚ रहना वा जिन्हों के होंठ की ने, नापाक ने, बदी उन्होंने मुँह दे विच, दे आर हिपोक्रेट्स, ठीक है।
ਦਾਊਦ ਇੱਥੇ ਸੇਮ ਕਨਸੈਪਟ ਜਿਹੜਾ ਵੇ ਨਾ ਉਹਨੂੰ ਲੈ ਕੇ ਚੱਲ ਰਿਹਾ ਵੇ। ਔਰ ਕੀ ਕਹਿਣ ਡਿਆ ਵੇ, तीसरी आय ਜਿਹੜਾ शुरू ना हिपोक्रेसी के खिलाफ जा रहा है, मुझे उन शरीरों और बद किरदारों के साथ घसीट ना खुदा मैनू ना शामिल ना कर जो अपने हमसाए से सुलह की करते ने गल्लां करते ने। सो मूँह ते की बोलते ने सुलह ते सलामती ते चिकनियां चुपड़ियां गल्लां ते मिठियां गल्लां ते खटियां गल्लां ते मार अपना जनाब अपना इधर उधर दियां गल्लां करते ने, मगर कंट्रास्ट की है उनके दिलों में बदी है। अंदरों खोचल ने, अंदरों खालस नहीं ने। ਤੁਹਾਡੇ ਨਾਲ ਬਹਿਣਗੇ, ਖਾਣ ਪੀਣਗੇ, ਤੁਹਾਡੇ ਨਾਲ ਮਹਿਫਲਾਂ ਵੀ ਕਰਨਗੇ, ਪਾਰਟੀਆਂ ਵੀ ਕਰਨਗੇ, ਈਵਨ ਇਬਾਦਤਾਂ ਵੀ ਕਰਨਗੇ ਤੁਹਾਡੇ ਨਾਲ ਰਲ ਕੇ, ਠੀਕ ਹੈ, ਲੇਕਿਨ ਅੰਦਰੋਂ ਤੁਹਾਡੇ ਨਾਲ ਦੇ ਆਰ ਨਾਟ ਰੀਅਲ ਪੀਪਲ, ਦੇ ਆਰ ਨਾਟ ਪਿਓਰ ਇਨ ਹਾਰਟ, ਸੋ ਦੇ ਆਰ ਹਿਪੋਕ੍ਰੇਟਸ, ਦੇ ਆਰ ਪਲੇਇੰਗ ਅ ਰੋਲ। ਠੀਕ ਹੈ, ਸੋ ਦਾਊਦ ਇੱਥੇ ਕਹਿਣ ਡਿਆ ਵੇ ਕਿ ਖੁਦਾਵੰਦ ਮੈਨੂੰ ਉਹਨਾਂ ਲੋਕਾਂ ਦੇ ਨਾਲ ਨਾ ਰਲਿਆਂ ਹੀ, ਠੀਕ ਹੈ, ਮੈਨੂੰ ਉਹਨਾਂ ਤੋਂ ਖੁਦਾਵੰਦ ਬਚਾ ਲਵੀਂ। ਲਿਖਿਆ ਉਨਕੇ ਅਫਾਲ ਓ ਅਮਾਲ, ਯਾਨੀ ਦੋਵੇਂ ਹੀ ਉਹਨਾਂ ਦੇ ਬੋਲ ਵੀ ਤੇ ਉਹਨਾਂ ਦੇ ਕੰਮ ਵੀ, देयर एक्शन एंड देयर कॉन्वर्सेशन बोथ, उनके अफाल व अमाल की बुराई के मुआफिक उनको की दे, बदला दे। ना सिर्फ उन्होंने कॉलो फेलो की कहते की करते हैं, बल्कि उन्होंने हथां दे कमां दे मुताबिक जो कुछ उन्हें किया वे ना उनसे क्या कर सलूक कर। खुदावन जजमेंट लैके उन्होंने उनके किए का इवज उन्होंने खुदावन पेमेंट दे दे पूरी, उन्हें जो जो बीजिया वे ना उन्होंने पूरी पेमेंट कर दे। ठीक है, दैट्स द आइडिया। उनके किए का इवज उनको दे दे। क्यों? वजह की है 5वीं आयत, वो खुदावंत के काम। सो एक्चुअली दाऊद का परसनल झगड़ा किसी नाल नहीं है, ठीक है ना। वो की कहते हैं क्यों वो फड़ा उन्होंने लोगों के नाल है, वो वजह की है क्योंकि वो खुदावंत के कामों और उसकी दस्तकारी पर ध्यान नहीं करते। खुदावंत वो तेनों पुछते ही नहीं, तेनों मनते ही नहीं, ध्यान ही कोई नहीं तेरे वाल। ना उन्होंने कमाई तेरा ध्यान है, ना उन्होंने लाइफ तेरा ध्यान, ना उन्होंने तेरा ध्यान है, ना उन्होंने कमाई दे विच, ना उन्होंने घरां दे विच, कितले भी खुदावंद उन्होंने तेरा उन्होंने लाइफ दे विच कोई रोल नहीं है। दे नेवर थॉटफुल अबाउट यू। इसलिए क्या कहता जी, वो उनको गिरा देगा और फिर नहीं उठाएगा। उन्होंने कह दे खुदावंद उन्होंने एको बारी सुट दे, कम मुका दे। अच्छा, कई लोग ना वेखो इत्थे जिहड़े साडे कुछ ना थियोलॉजिकल दोस्त ने, वो कहते हैं कि कुछ जबूर ऐसे ने बड़े सख्त जबूर ने, ये जिहड़े ना वो क्रिश्चियन कॉन्सैप्ट के मुताबिक पूरे नहीं उतरते। क्यों? क्योंकि जी वो तो गालां कढ़ियां गई ने, उन्होंने वास्ते बददुआवां कीतियां गई ने, वो जिवें झोले चुकने दुआ करी दी, हाय हाय पाई होती है, ठीक है ना। वो आंदे जी ऐ ते इंज दा कम है। लेकिन तुसीं एक चीज़ नोट करोगे, जबूरां दे विच जबूर नवीस जिहड़ा वे वो ऐ नहीं कहण दिया कि मैं करांगा, आई विल डू दैट। वो की कहण दिया, कौन कर? खुदावंद तू कर। ठीक है, दैट्स अ मेजर डिफरेंस। क्योंकि अगर असीं वेखिए, अगर असीं बदला लैन ते आइए बीइंग अ ह्यूमन लोकां कोलों, ते असीं ते नस्लां तबाह बर्बाद कर दी। साडे सामने दुनिया की हिस्टरी भरी पई है जदों लोकां ने अपने हत्थां 'च पावर इख्तियार लिया वे। लेकिन जदों खुदा जजमेंट करदा वे, जदों खुदा अदालत करदा वे, खुदा दी अदालत जस्ट अदालत हुंदी है, इट्स जस्ट जजमेंट। सो दैट्स द मेजर डिफरेंस एक्चुअली जिहड़ा वे खुदावंद तू उन्हां दा कर। अच्छा, ਇਹਦੇ ਨਾਲ ਜਿਹੜੀ ਇੱਕ ਚੀਜ਼ ਹੈ ਨਾ ਜਿਹੜੀ ਮੈਂ ਇੱਕ ਇੱਥੇ ਦੇਣਾ ਚਾਹੁੰਦਾ ਵਾਂ, ਮੈਂ ਇੱਕ ਫਰੇਜ਼ ਪੜ੍ਹ ਰਿਹਾ ਹਾਂ ਔਰ ਉਹਦਾ ਮੈਂ ਤਰਜਮਾ ਕਰਨ ਲੱਗਾ ਵਾਂ। ਇਟਸ ਅ ਹਿਬਰੂ ਫਰੇਜ਼, ਲੇਕਿਨ ਮੈਂ ਉਹਦਾ ਤਰਜਮਾ ਪੜ੍ਹਨ ਲੱਗਾ ਵਾਂ। ਆਂਦੇ ਵੋ ਟੂ ਅ ਵਿਕਡ ਪਰਸਨ ਐਂਡ ਵੋ ਟੂ ਹਿਜ਼ ਨੇਬਰ। ਇੰਟਰਸਟਿੰਗਲੀ ਆਂਦਾ ਕਿ ਹਾਏ ਉਹਦੇ ਤੇ, ਅਫਸੋਸ ਉਹਦੇ ਤੇ ਜਿਹੜਾ ਕਿ ਸ਼ਰੀਰ ਬੰਦਾ ਵੇ, ਤੇ ਅੱਗੋਂ ਅਫਸੋਸ ਉਹਦੇ ਤੇ ਵੀ ਜਿਹੜਾ ਉਹਦਾ ਗਵਾਂਢੀ ਸ਼ਰੀਰ ਹੈ। मतलब वो गवांढी भी होंगे ने, दोवां दे अफसोस है। मतलब है वे हुण मैं उन्होंने सादा अंग्रेजी पढ़न लगा वां। एक होर कोटेशन जी जी कोरिस्पोंड करती है, वो वे अ परसन इज नोन बाय अ कंपनी विच ही और शी कीप्स। और इहदा सादा जिहा उर्दू मुहावरा वे, बुरी सोबत अच्छी आदतों को बिगाड़ देती है। तो तुहाडे हम नवाला हम प्याला किहो ਜਿਹੇ लोग ने, तुसी किहो जी मंडली च बहिंदे हो। जबूर नंबर 1 क्या ही कहता ना कि मैं शरीरां दी मंडली च ना मैं बवांगा, ना मैं खलोवांगा, ना मैं टुरांगा। ठीक है ना। व्हाट काइंड ऑफ पीपल गैदर्ड अराउंड अस। ठीक है। सो
ਸੁਨਿਆਰੇ ਦੀ ਦੁਕਾਨ ਤੇ ਬਹੋਗੇ ਤੇ ਉਹਦਾ ਕਚਰੇ 'ਚ ਵੀ ਕੀ ਲੱਭੇਗਾ ਤੁਹਾਨੂੰ? ਸੋਨਾ। ਸੋਨਾ ਤੇ ਲੋਹਾਰ ਦੀ ਦੁਕਾਨ ਤੇ ਮਿੱਟੀ ਬਹੋਗੇ ਵਿਕਦੀ। ਤੇ ਉੱਥੇ ਤੁਹਾਨੂੰ ਉੱਥੇ ਲੋਹਾ ਹੀ ਮਿਲਣਾ ਹੈ, ਕਿ ਹੋਰ ਕੁਝ ਨਹੀਂ ਮਿਲਣਾ। ਠੀਕ ਹੈ, ਸੋ ਇਟ ਡਿਪੈਂਡ ਕਿ ਵੇਅਰ ਯੂ ਗੈਦਰ ਟੂਗੈਦਰ, ਕਿਹੜੇ ਖੇਤ ਦੇ ਵਿੱਚੋਂ ਤੁਸੀਂ ਜੁਗਾਲੀ ਕਰਦੇ ਹੋ, ਕਿੱਥੋਂ ਖਾਂਦੇ ਪੀਂਦੇ ਹੋ, ਤੁਹਾਡੀ ਸੋਰਸ, ਤੁਹਾਨੂੰ ਇਨਸਪਾਇਰ, ਤੁਹਾਨੂੰ ਇਨਫਲੂਐਂਸ ਕਿਹੋ ਜਿਹੇ ਲੋਕ ਕਰਦੇ ਨੇ। ਦੈਟਸ ਵੈਰੀ ਇੰਪੋਰਟੈਂਟ। ਸੋ ਦਾਊਦ ਇਹ ਕਹਿ ਰਿਹਾ ਵੇ ਖੁਦਾਵੰ ਕਿ ਮੈਨੂੰ ਇਹੋ ਜਿਹੇ ਹਿਪੋਕਰੇਟ ਲੋਕਾਂ ਤੋਂ, ਮੈਨੂੰ ਇਹੋ ਜਿਹੇ ਝੱਲੇ ਲੋਕਾਂ ਤੋਂ, ਮੈਨੂੰ ਇਹੋ ਜਿਹੇ ਲੋਕਾਂ ਤੋਂ ਜਿਨ੍ਹਾਂ ਦੇ ਮੂੰਹ ਤੇ ਸਮਾਈਲ ਹੈ ਲੇਕਿਨ ਉਹ ਕੀ ਹੈ ਕਿ ਹਿੰਦੀ ਜ਼ਬਾਨ ਦਾ ਮੁਹਾਵਰਾ ਵੇ ਕਿ ਬਗਲ में छुरी और मुंह में ਕੀ ਅੰਕਲ ਜੀ? ਰਾਮ ਰਾਮ। ਰਾਮ ਰਾਮ। ਮੂੰਹ ਮੇ ਰਾਮ ਰਾਮ। ਹਾਂ, ਤੇ ਬਗਲ 'ਚ ਕੀ ਹੈ? ਛੁਰੀ। ਛੁਰੀ। ਠੀਕ ਹੈ, ਜਿੱਥੇ ਦਾ ਲਗਾ ਉੱਥੇ ਵੱਢ ਮਾਰਿਆ। ਓਕੇ ਜੀ, ਨਾਓ ਲੈਟਸ ਮੂਵ ਟੂ ਦਾ ਲਾਸਟ ਪਾਰਟ ਜਿਹੜਾ ਵੇ ਨਾ, ਸੋ ਦੈਟਸ ਵੈਰੀ ਇੰਪੋਰਟੈਂਟ, ਕਿਉਂਕਿ 7ਵੀਂ ਆਇਤ ਜਿਹੜੀ ਹੈ ਨਾ, ਇਹ ਬੜੀ ਪਾਵਰਫੁਲ ਆਇਤ ਹੈ ਜੀ। ਵੇਖੋ 7ਵੀਂ ਆਇਤ ਕੀ ਹੈ, ਕਹਿੰਦਾ खुदावंद मुबारक हो। क्यों? इसलिए कि उसने मेरी मिन्नत की आवाज की कर ली है जी, सुन लइए। इट्स पास्ट टेंस नाउ। ओके, ਹੁਣ ਤੁਸੀਂ ਰਿਲੇਟ ਕਰੋ ਤਿੰਨੇ ਹੀ ਜ਼ਮਾਨੇ, 3 eras, 3 verbs, past, future, present and past. ओके, ਪਹਿਲੀ ਯਾਰ ਕਿੱਥੋਂ ਸ਼ੁਰੂ ਹੁੰਦੀ ਹੈ? ਐ ਖੁਦਾਵੰਦ ਮੈਂ ਤੈਨੂੰ ਕੀ ਕਰਾਂਗਾ? पुकारूंगा, फ्यूचर। ओके, अच्छा, दूसरी आयत, जब मैं तुझसे फरियाद करूं, प्रेजेंट टेंस। ओके, 7वीं आयत, 6वीं आयत, उसने मेरी मिन्नत की आवाज की कर ली है, सुन ली है। केड़ा जमाना है? सुन ली। माजी, पास्ट। सो तो वेखोगे कि गॉड इज टाइमलैस। ਅਸੀਂ ਔਰ ਤੁਸੀਂ, ਸਾਡੀ ਡੇਟ ਆਫ ਬਰਥ, ਡੇਟ ਆਫ ਡੈਥ ਹੁੰਦੀ ਹੈ। ਗॉड ਇਜ਼ ਇਟਰਨਲ, ਫਰਮ ਇਟਰਨਿਟੀ ਟੂ ਇਟਰਨਿਟੀ, ਆਲ ਟਾਈਮ ਖੁਦਾ ਦੇ ਸਾਹਮਣੇ ਖੁੱਲਾ ਪਿਆ ਹੋਵੇ। ਠੀਕ ਹੈ, ਸੋ ਗॉड ਇਜ਼ ਟਾਈਮਲੈਸ। ਤੇ ਇਸ ਲਈ ਉਹਦਾ ਪ੍ਰੈਜ਼ੈਂਟ ਵੀ, ਉਹਦਾ ਪਾਸਟ ਵੀ ਔਰ ਉਹਦਾ ਫਿਊਚਰ ਵੀ ਸਾਰਾ ਕਿੱਥੇ ਵੇ? ਇਟਸ ਆਲ ਦੇਅਰ। ਇਟਸ ਕ੍ਰਾਸਿੰਗ ਈਚ ਅਦਰ, ਇਟਸ ਪੈਰਲਲਿੰਗ ਈਚ ਅਦਰ। ਸੋ ਇੱਥੇ ਵੇਖਾਂਗੇ, ਆਂਦਾ ਖੁਦਾਵੰਦ ਨੇ ਮੇਰੀ ਆਵਾਜ਼ ਕੀ ਕਰ ਲਈ ਹੈ। ਉੱਤੇ ਕਹਿੰਦੇ ਮੈਂ ਪੁਕਾਰਾਂਗਾ, ਫਿਰ ਆਵਾਜ਼ ਬੰਦ ਨਾ ਕਰ, ਗੂੰਗਾ ਨਾ, ਖੁਦਾਵੰਦ ਤੂੰ ਬੋਲਾ ਨਾ ਹੋ, ਮੈਂ ਤੇਰੇ ਅੱਗੇ ਪੁਕਾਰਾਂਗਾ, ਮੇਰੀ ਸੌਂਗ ਨੂੰ ਸੁਣ, ਮੇਰੀ ਆਵਾਜ਼ ਨੂੰ ਸੁਣ। ਕੀ ਕਹਿੰਦੇ ਜੀ? ਇਸ ਲਈ ਉਸਨੇ ਮੇਰੀ ਆਵਾਜ਼ ਸੁਣ ਲਈ ਹੈ। 7ਵੀਂ ਆਇਤ ਕੀ ਕਹਿੰਦੇ? ਇਹ ਖੁਦਾਵੰਦ ਮੇਰੀ ਕੁਵਤ ਔਰ ਮੇਰੀ ਸਿਪਰ, ਗॉड ਇਜ਼ ਮਾਈ ਸਟਰੈਂਥ ਐਂਡ ਮਾਈ ਸ਼ੀਲਡ। ਓਕੇ, ਪਹਿਲੇ ਆਇਤ ਵਿੱਚ ਕੀ ਸੀ? ਖੁਦਾਵੰਦ ਮੇਰੀ ਕੀ ਹੈ? ਰੌਕ, ਚਟਾਨ। ਓਕੇ, ਇੱਥੇ ਕੀ ਕਹਿ ਰਿਹਾ ਵੇ? ਖੁਦਾਵੰਦ ਕੀ ਹੈ ਮੇਰੀ? ਮਾਈ ਸਟਰੈਂਥ ਐਂਡ ਮਾਈ शील्ड। और कहने जी मेरे दिल ने उस पर तवक्ल और ते भरोसा किया वे, ट्रस्ट किया वे, और अंदर मैनू की हो गई है? मेरी मदद मिल गई है। तो 7वीं आयत दा लास्ट पार्ट, इसलिए मेरा दिल शादमान आंदा, मैं खुशी नाल नचदा फिरना वा। ठीक है, ਉਹ ਮੈਨੂੰ ਇੱਕ ਗਾਣਾ ਯਾਦ ਆ ਗਿਆ। ਫਿਰ ਇੱਕ ਤਾਂ ਮੈਨੂੰ ਗਾਣੇ ਬੜੇ ਯਾਦ ਹੁੰਦੇ ਨੇ। ਉਹ ਜਿਹੜਾ ਵੇ ਨਾ ਮੁਨੱਵਰ ਜ਼ਰੀਫ ਇੱਕ ਫਿਲਮ ਸੀ ਪੰਜਾਬੀ ਪਾਕਿਸਤਾਨ ਦੀ ਬਲੈਕ ਐਂਡ ਵਾਈਟ ਦੌਰ ਦੀ, ਮੁਨੱਵਰ ਜ਼ਰੀਫ, ਹੀ ਵਾਜ਼ ਅ ਲੈਜੈਂਡ ਕਮੇਡੀਅਨ ਇਨ ਅ ਪਾਕਿਸਤਾਨੀ ਫਿਲਮ ਇੰਡਸਟਰੀ। ਅਤੇ ਉਹਦੇ ਵਿੱਚ ਨਾ ਉਹਦਾ ਇੱਕ ਫਿਲਮ ਆਈ ਸੀ ਖੁਸ਼ੀਆ। ਖੁਸ਼ੀਆ ਬੜੀ ਪੁਰਾਣੀ ਫਿਲਮ ਹੈ। ਇੱਥੋਂ ਅੰਦਾਜ਼ਾ ਲਾ ਲਓ ਮੈਂ ਵੀ ਕਿੱਡਾ ਪੁਰਾਣਾ ਵਾਂ। ਅਤੇ ਜਿਹੜਾ ਨਾ ਉਹਦਾ ਇੱਕ ਗਾਣਾ ਸੀ, ਮੈਨੂੰ ਪਹਿਲਾ ਮਿਸਰਾ ਯਾਦ ਨਹੀਂ, ਹਾਂ, ਉਹਦੇ ਦੋਸਤ ਦੀ ਸ਼ਾਦੀ ਹੁੰਦੀ ਹੈ ਔਰ ਉਹਦੇ ਵਿੱਚ ਉਹ ਐਂਡ 'ਚ ਉਹਨੂੰ ਵਹਾਂਦੇ ਨੇ ਮਰ ਜਾਂਦਾ ਹੈ। ਤੇ ਉਹ ਕਹਿੰਦਾ ਜੀ ਮੇਰੇ ਪੈਰਾਂ 'ਚ ਘੁੰਗਰੂ ਪਵਾ ਦੇ ਤੇ ਫਿਰ ਮੇਰੀ, ਹਾਂ ਕਿਹਨੇ ਕਿਹਾ ਹੈ? ਸਿਸਟਰ ਜੋਤੀ ਨੇ। ਹਾਂ ਜੀ, ਵੇਖ ਗਾਣਾ ਯਾਦ ਆ ਗਿਆ ਨਾ? ਠੀਕ ਹੈ ਨਾ? ਠੀਕ ਹੈ। ਉਹ ਕੀ ਕਹਿੰਦਾ ਜੀ? ਜ਼ਬੂਰ ਨੂੰ ਵੀ ਇੱਥੇ ਮੈਂ ਕਿਵੇਂ ਰਿਲੇਟ ਕਰਾਂਗਾ? ਸੋ ਮੁਨੱਵਰ ਜ਼ਰੀਫ ਉਹ ਫਿਲਮ 'ਚ ਐਂਡ 'ਚ ਮਰ ਜਾਂਦਾ ਨੱਚਦਾ ਆਪਣੇ ਯਾਰ ਦੇ ਵਿਆਹ 'ਤੇ। ਐਨੀਵੇ ਕਹਿੰਦਾ ਜੀ ਮੇਰੇ ਪੈਰਾਂ 'ਚ ਘੁੰਗਰੂ ਪਵਾ ਦੇ ਤੇ ਫਿਰ ਮੇਰੀ ਕੀ ਵੇਖ ਲੈ? ਟੋਰ ਵੇਖ ਲੈ। ਠੀਕ ਹੈ, ਇੱਥੇ ਜ਼ਬੂਰ ਨੂੰ ਵੀ ਸਕੈਂਡਿਆ ਵੇ, ਆਂਦਾ ਹੈ ਕਿ ਖੁਦਾਵੰਦ ਨੇ ਮੇਰੀ ਆਵਾਜ਼ ਸੁਣ ਲਈ ਹੈ। ਨਾਓ ਗॉड ਇਜ਼ ਮਾਈ ਸ਼ੀਲਡ ਐਂਡ ਮਾਈ ਸਟਰੈਂਥ। ਹੁਣ ਮੈਂ ਕੀ ਕਰਾਂਗਾ? ਆਂਦਾ ਜੀ ਇਸ ਲਈ ਮੇਰਾ ਦਿਲ ਨਿਹਾਇਤ ਸ਼ਾਦਮਾਨ ਹੈ। ਇੱਥੇ ਅਗਰ ਲਫ਼ਜ਼ ਪ੍ਰੋਪਰ ਟ੍ਰਾਂਸਲੇਸ਼ਨ ਕੀਤਾ ਜਾਂਦਾ ਤਾਂ ਕਹਿੰਦਾ ਕਿ ਇੱਥੇ ਆਂਦਾ ਮੈਂ ਹੁਣ ਨੱਚਾਂਗਾ। ਸ਼ਾਦਮਾਨ, ਇਟਸ ਨਾਟ ਅ ਹੈਪੀਨੈਸ, ਇਟਸ ਨਾਟ ਅ ਜਸਟ ਸਮਾਈਲੀ ਫੇਸ। ਠੀਕ ਹੈ, ਵਾਟ ਇਜ਼ ਦਿਸ? ਇਟ ਇਜ਼ ਜੰਪਿੰਗ ਜੋਏ, ਜੁਬਲੈਂਟ, ਇਟਸ ਰੇਜ਼ਿੰਗ ਵੌਇਸ। ਪਹਿਲਾਂ ਉਹ ਪਰੇਸ਼ਾਨੀ ਮੁਸੀਬਤ 'ਚ ਆਵਾਜ਼ ਰੇਜ਼ ਕਰਨ ਡਿਆ ਸੀ, ਲੇਕਿਨ ਹੁਣ ਕਿਵੇਂ ਰੇਜ਼ ਕਰਨ ਡਿਆ ਵੇ? ਹੁਣ ਖੁਸ਼ੀ ਤੇ ਸ਼ਾਦਮਾਨੀ ਨਾਲ। ਔਰ ਕੀ ਕਹਿੰਦਾ? ਮੈਂ ਕੀ ਕਰਾਂਗਾ ਹੁਣ?
मैं गीत गा कर उसकी सताइश करूंगा। ओके जी। नाउ द साउंड ऑफ माई सॉन्ग इज माई स्ट्रेंथ एंड माई शील्ड। ठीक है जी। So, music is not only about a power, music is not only about a performance, music is about our relationship, its transcendence. It is the song, the text, and the tune, both. They are tools, they are means, vehicle to connect and to respond to God's call. ठीक है जी। 8वीं आयत जी, खुदावन उनकी कुव्वत है। Now, here you go. वाह वाह। This is totally countercultural. Countercultural किमें में? ਅਸੀਂ ਤੁਸੀਂ ਜਿਹੜੇ ਮੁਲਕਾਂ 'ਚ ਰਹਿੰਦੇ ਆ ਨਾ, ਮੈਂ ਬਾਰ-ਬਾਰ ਦਾ ਜ਼ਿਕਰ ਕਰਨਾ ਵਾ, ਇੰਡੀਵਿਜੂਅਲਿਜ਼ਮ ਔਰ ਜਨਾਬ ਪਤਾ ਨਹੀਂ ਕਿੰਨੇ ਕੋਈ ਇਜ਼ਮ ਨੇ ਇੱਥੇ। ਐਨੀਵੇ ਜਿਹੜਾ ਮੈਨੂੰ ਲਫ਼ਜ਼ ਜਿਹੜਾ ਇੱਥੇ ਯਾਦ ਆਉਂਦਾ, ਦੈਟਸ ਇੰਡੀਵਿਜੂਅਲ ਜੀ। ਮੇਰੀ ਆਪਣੀ ਸ਼ਨਾਖਤ, ਮੇਰੀ ਆਪਣੀ ਪ੍ਰਾਈਵੇਸੀ ਜੀ, ਮੇਰੀ ਆਪਣੀ ਗੱਡੀ ਤੇ ਮੇਰਾ ਆਪਣਾ ਕਾਰ ਤੇ ਆਪਣਾ ਫੋਨ ਤੇ ਆਪਣਾ ਕਮਰਾ ਤੇ ਆਪਣਾ ਬੈੱਡ, ਆਪਣਾ ਟੀਵੀ ਤੇ ਮਤਲਬ ਹਰ ਚੀਜ਼ ਆਪਣੀ ਪਰਸਨਲ ਜੀ, ਮੇਰੀ ਪਰਸਨਲ ਸਪੇਸ ਮੈਨੂੰ ਚਾਹੀਦਾ ਜੀ। ਆਈ ਡੋਂਟ ਵਾਂਟ ਟੂ ਮਿੰਗਲ ਵਿਦ ਦੀਜ਼ ਪੀਪਲ। Who are these people? I don't know them. I don't want to relate with them. मैं बैग रोटी भी नहीं खानी। Okay, why? Because I have my own identity. I don't want to mingle with them. ਜ਼ਬੂਰ ਨਵੀਸ ਰੋਲਾ ਤੇ ਆਪਣਾ ਕੱਲੇ ਦਾ ਪਾਂਡਿਆ। ਠੀਕ ਹੈ ਜੀ। ਜ਼ਬੂਰ 28 ਜਿਹੜਾ ਵੇ ਉਹਦਾ ਕਰਲਾਣਾ, ਉਹਦਾ ਰੋਣਾ, ਪੁਕਾਰਨਾ, ਸਾਊਂਡ, ਕਰਾਈ, ਐਵਰੀਥਿੰਗ ਪਰਸਨਲ ਹੈ। ਲੇਕਿਨ ਜਦੋਂ ਉਹ ਖੁਦਾ ਦੀ ਸ਼ਾਦਮਾਨੀ ਦਾ, ਖੁਦਾ ਦੀ ਪ੍ਰੈਜ਼ੈਂਸ ਦਾ, ਖੁਦਾ ਦੀ ਬਰਕਤਾਂ ਦਾ ਜਦੋਂ ਐਕਸਪੀਰੀਅੰਸ ਕਰਦਾ ਮੇਰੇ ਜੀਜ਼ੋ, 8ਵੀਂ ਤੇ 9ਵੀਂ ਆਇਤ, ਇਟ ਇਜ਼ ਅ ਬਿਊਟੀਫੁਲ ਟਰਾਂਸਫਰਮੇਸ਼ਨ ਫਰਮ ਇੰਡੀਵਿਜੂਅਲਿਜ਼ਮ ਟੂ ਕਮਿਊਨਿਟੀ। ਲੋਕਾਂ ਦੀ ਕੀ ਕਹਿੰਦਾ ਆਂਦਾ ਹੈ, ਖੁਦਾਵੰਦ ਉਨਕੀ ਕੁਵਤ ਹੈ। ਇੱਥੇ ਵੇਖੋ ਕਿ ਤੁਸੀਂ ਪਲੂਰਲ ਆ ਗਿਆ ਜੀ, ਇਟਸ ਨਾਟ ਸਿੰਗੂਲਰ। ਉਨਕੀ ਜਮਾ, वो अपने ममसू के लिए निजात का किला है। इत्थे ममसू जिहड़ा वे ना, एक्चुअली ही इज़ रेफरिंग टू द नेशन ऑफ इजराइल। अपने लोगों की कलीसिया की गल करन दिया ते जमात की गल करन दिया वे, चुने हुए लोग जिहड़े ने। ठीक है, ममसू के लिए निजात का किला है, अपनी उम्मत को बचा। ओके जी, कम्युनिटी, खुदावन मैं कल्ला नहीं, मैनू कल्ले नूं नहीं, कम्युनिटी, पूरी कौम, पूरी नेशन। अपनी उम्मत को बचा और अपनी मिरास को बरकत दे। ਹੁਣ ਦੁਆ ਵੇਖਣ ਦੇ ਉਹਦੀ, ਆਪਣੇ ਤੋਂ ਹਟ ਕੇ ਕਿੱਧਰ ਟੁਰ ਗਈ ਹੁਣ ਦੁਆ ਦੀ, ਪਬਲਿਕ ਵੱਲ, ਲੋਕਾਂ ਕਮਿਊਨਿਟੀ ਵੱਲ। ਉਨਕੀ ਪਾਸਬਾਨੀ ਕਰ, ਵੇਖੋ ਕੈਸੀ ਪਾਵਰਫੁਲ ਸਪੈਸੀਫਿਕ ਦੁਆ ਵੇ। ਓਕੇ, ਅਸੀਂ ਕਈ ਵਾਰੀ ਖੁੱਲਾ ਛੱਟਾ ਮਾਰਨੇ, ਸਾਡੀਆਂ ਦੁਆਵਾਂ ਵੀ ਰਟੀਆਂ ਟਾਈਆਂ ਨੇ। ਤੁਸੀਂ ਕਦੀ ਆਪਣੀ ਨਾ, ਮੈਂ ਵੈਸੇ ਜਿਹੜੇ ਲੋਕੀ ਸੁਣਨ ਦੇ ਨਾ, ਤੁਸੀਂ ਜਿੰਨੇ ਲੋਕ ਨੂੰ ਦੁਆ ਕਰਨ ਦਾ ਬੜਾ ਸ਼ੌਕ ਨਾ ਪਬਲਿਕ ਵਿੱਚ, ਜਾਂ ਉਂਝ ਵੀ ਬੜੇ ਹੱਥ ਚੁੱਕ ਕੇ ਤੇ ਮਾਰ ਜੇ ਉਹ ਬੜੇ ਦੁਆ ਕਰਨ ਦਾ ਸ਼ੌਕ ਹੈ, ਤੁਸੀਂ ਨਾ ਆਪਣੀ ਦੁਆ ਰਿਕਾਰਡ ਕਰਕੇ 2-3 ਵਾਰ ਜ਼ਰਾ ਸੁਣਿਓ ਦੁਬਾਰਾ। ਠੀਕ ਹੈ, ਔਰ ਸੁਣ ਕੇ ਵੇਖਿਓ ਕਿ ਤੁਸੀਂ ਰਿਪੀਟ ਕੀ ਕਰਦੇ ਹੋ। ਠੀਕ ਹੈ, ਕੋਈ ਕੰਮ ਦੀ ਗੱਲ ਵੀ ਖੁਦਾ ਕੋਲ ਕਦੀ ਮੰਗੀ ਹੈ ਕਿ ਨਹੀਂ, ਕਦੀ ਅਸਾਂ ਸਾਡੀ ਦੁਆ ਕਦੀ ਸਪੈਸੀਫਿਕ ਵੀ ਹੋਈ ਹੈ ਕਿ ਨਹੀਂ, ਕਦੀ ਦੁਆ ਸਾਡੀ ਐਸੀ ਵੀ ਹੋਈ ਹੈ ਕਿ ਨਹੀਂ ਜਿਵੇਂ ਅਸੀਂ ਖੁਦਾ ਕੋਲੋਂ ਕੋਈ ਯਾਨੀ ਕਿ ਜਿਹੜੀ ਖੁਦਾ ਦੀ ਮਰਜ਼ੀ ਦੇ ਮੁਤਾਬਕ ਕੋਈ ਚੀਜ਼ ਜਿਹੜੀ ਸਾਨੂੰ ਟਰਾਂਸਫਾਰਮ ਕਰੇ, ਉਹਨੂੰ ਬਣਾਉਣੇ ਵਾਲੇ। ਸੋ ਜ਼ਬੂਰ ਨਵੀਸ ਦੀ ਵੇਖੋ ਇੱਥੇ ਕੌਮ ਲਈ ਦੁਆ ਕਰਨ ਡਿਆ ਵਾ, ਲੇਕਿਨ ਕੌਮ ਲਈ ਦੁਆ ਕੀ ਕਰਨ ਡਿਆ ਵੇਖੋ। ਨੰਬਰ 1, give salvation, ਖੁਦਾਵੰਦ ਆਪਣੀ ਉਮਤ ਨੂੰ ਬਚਾ, ਉਹਨੂੰ ਡਿਲੀਵਰ ਕਰ, ਉਹਨੂੰ ਰਿਲੀਜ਼ ਕਰ। ਨੰਬਰ 2, ਉਹਦੀ ਮਿਰਾਸ ਨੂੰ ਕੀ ਕਰ, ਬਲੈਸ ਕਰ, ਉਹਨੂੰ ਬਰਕਤ ਦੇ। ਬਰਕਤ ਤੋਂ ਕਿਵੇਂ ਦੇਂਗਾ, ਉਨਕੀ ਪਾਸਬਾਨੀ ਕਰ। ਪਾਸਬਾਨੀ ਮਤਲਬ ਸ਼ੈਪਰਡ। ਤੁਹਾਨੂੰ ਵੇਖਿਆ ਨਾ ਜ਼ਬੂਰ 23 ਤੋਂ ਲੈ ਕੇ, ਖੁਦਾਵੰਦ ਮੇਰਾ ਚੌਪਾਨ ਹੈ, ਮੁਝੇ ਕਮੀ ਨਾ ਹੋਗੀ। ਖੁਦਾਵੰਦ ਯਿਸੂ ਮਸੀਹ ਜਿਹੜਾ ਨਾ ਆਪਣੇ ਆਪ ਨੂੰ ਚਰਵਾਹੇ ਦੇ ਤੌਰ 'ਤੇ ਪੇਸ਼ ਕਰਦੇ ਨੇ। ਇਟਸ ਜਸਟ ਲਾਈਕ ਅ ਸ਼ੈਪਰਡ ਜਿਹੜਾ ਕਿ ਭੇਡਾਂ ਨੂੰ, ਜਾਂ ਬੜੀ ਕਮਜ਼ੋਰ ਭੇਡ ਹੈ, ਜਿਹੜੀ ਥੱਕੀ ਹੋਈ ਡਰੀ ਹੋਈ ਭੇਡ ਹੈ, ਉਹਨੂੰ ਆਪਣੇ ਬਾਹਾਂ 'ਤੇ ਚੁੱਕ ਕੇ ਜਾਂ ਕੰਧੇ 'ਤੇ ਚੁੱਕ ਕੇ ਲੈ ਕੇ ਆ ਰਿਹਾ ਵੇ। ਠੀਕ ਹੈ, ਉਹਨਾਂ ਦੀ ਕੀ ਕਰ, उनकी पासबानी कर। और अगे की कहन गया वे, उनको हमेशा तक, here you go, from eternity until eternity, उन्होंने की कर, sustain them, संभाले रख। ठीक है, तो पता है कई बार लोग बरकतां मंग लेंदे ने। अच्छा, जो खुदा बरकतां दिंदा ना, फिर बरकतां साਂਭੀਆਂ नहीं जांदियां, क्योंकि फिर ਅਸੀਂ ਉਤਾਵਲੇ ਹੋ ਜਾਣਾ, ਸਮਝ नहीं आती की करिए ਹੁਣ। ठीक है ना, ਉਹ ਐਵੇਂ ਹੀ ਨਾ, ਉਹ ਕੀ ਆਂਦੇ ਨੇ, ਪੰਜਾਬੀ ਦਾ ਇੱਕ ਮੁਹਾਵਰਾ ਹੈ, ਉਹ ਆਂਦੇ ਨੇ ਜੀ ਕਿ ਜਿਵੇਂ ਕਹਿੰਦੇ ਨਾ ਕਿ ਬਾਂਦਰ ਜਿੱਦਾਂ ਮਰਜ਼ੀ ਬੁੱਢਾ ਹੋ ਜਾਏ, ਕਲਾਬਾਜ਼ੀ ਖਾਣਾ ਨਹੀਂ ਮੁੜਦਾ। ਠੀਕ ਹੈ ਨਾ, ਮਕਸਦ ਇਹਦਾ ਕੀ ਹੈ ਕਿ ਜਿਹੜੀਆਂ ਕੁਛ ਨੈਚੁਰਲ ਚੀਜ਼ਾਂ ਹੁੰਦੀਆਂ ਨਾ, ਉਹ ਕਦੀ ਸਾਡੇ ਜ਼ਿੰਦਗੀ 'ਚੋਂ ਕਦੀ ਆਊਟ ਨਹੀਂ ਹੁੰਦੀਆਂ। ਉਰਦੂ ਜ਼ਬਾਨ ਦਾ ਮੁਹਾਵਰਾ, ਚੋਰ ਚੋਰੀ ਸੇ ਜਾਏ ਪਰ ਅੱਗੇ ਕੀ ਹੈ, हेरा फेरी से ना जाए, हेरा फेरी से ना जाए, हेरा फेरी से ना जाए। ठीक है ना, चोर चोरी से जाए पर हेरा फेरी से ना जाए। ठीक है, कुछ चीज़ां ਜਿਹੜੀਆਂ ਨੇ ਉਹ ਡਿਫਾਲਟਡ ਸਾਡੀਆਂ ਫਾਲਨ ਨੇਚਰ ਵਿੱਚ ਹੁੰਦੀਆਂ ਨੇ।
ਠੀਕ ਹੈ। ਸੋ ਜ਼ਬੂਰ ਨੂੰ ਵਿੱਚ ਦੁਆ ਕੀ ਹੈ, ਕਹਿੰਦਾ ਖੁਦਾਵੰਦ ਆਪਣੀ ਉਮਤ ਨੂੰ ਬਚਾ, ਉਹਨੂੰ ਤੂੰ ਬਚਾ ਤੇ ਲਿਆ, ਹੁਣ ਬਚਾਉਣ ਤੋਂ ਬਾਅਦ ਉਹਦੀ ਕੀ ਕਰ, ਉਹਦੀ ਖੁਦਾਵੰਦ ਹਿਫਾਜ਼ਤ ਕਰ। ਨੰਬਰ 3, ਉਹਨੂੰ ਖੁਦਾਵੰਦ ਤੂੰ ਸਾਂਭ ਕੇ ਰੱਖ, ਉਹਦੀ ਪਾਸਬਾਨੀ ਕਰ। ਔਰ ਤੀਸਰਾ ਕਿ ਉਹਨੂੰ ਸਸਟੇਨ ਰੱਖ, ਮਤਲਬ ਦੇ ਸ਼ੁੱਡ ਬੀ ਸਸਟੇਨੇਬਲ। ਇਹ ਨਾ ਹੋਏ ਕਿ ਇੱਧਰੋਂ ਬਰਕਤਾਂ ਮਿਲੀਆਂ ਨੇ, ਉੱਧਰੋਂ ਬਰਕਤਾਂ ਵਹਿੰਦੇ ਬੰਦੇ ਪੁੱਠੇ ਪਾਗਲ ਹੋ ਜਾਣ ਤੇ ਸਮਝ ਨਾ ਆਉਣ ਕਰਨਾ ਕੀ ਇਹਨਾਂ ਦਾ, ਠੀਕ ਹੈ, ਤੇ ਆਪਣਾ ਐਵੇਂ ਜ਼ਾਇਆ ਕਰਦੇ ਫਿਰਨ। ਸਸਟੇਨ ਦੈਮ, ਆਸਕ ਗੋਡ ਫॉर ਅ ਵਿਜ਼ਡਮ। ਸੋ ਮੇਰੇ ਜੀਜ਼ੋ, ਜ਼ਬੂਰ 28 ਨੇ ਸਾਨੂੰ ਅੱਜ ਦੱਸਿਆ ਵੀ ਜੀ 3 ਹਿੱਸਿਆਂ ਦੇ ਵਿੱਚ ਕਿ ਨੰਬਰ 1, ਅਸੀਂ ਜਦੋਂ ਆਪਣੀ ਆਵਾਜ਼ ਖੁਦਾ ਦੇ ਸਾਹਮਣੇ ਚੁੱਕਨੇ ਆ, ਖੁਦਾ ਉਹਨੂੰ ਸੁਣਦਾ ਵੇ ਔਰ ਖੁਦਾ ਦੇ ਨਾਲ ਬੜਾ ਬੋਲਡ ਹੋ ਕੇ। ਵੈਸੇ ਮੈਂ ਆਈ ਲਾਈਕ ਦਿਸ ਲੈਂਗੁਏਜ ਜਿਹੜੀ ਜ਼ਬੂਰ ਨੂੰ ਇਸਦੀ ਹੈ ਨਾ, ਲੇਕਿਨ ਇਸ ਲੈਂਗੁਏਜ ਲਈ ਔਰ ਇਸ ਨੇਚਰ 'ਤੇ ਜਾਣ ਲਈ ਯੂ ਨੀਡ ਲੌਂਗ ਟਰਮ ਸਸਟੇਨੇਬਲ ਸਟਰੋਂਗ ਰਿਲੇਸ਼ਨਸ਼ਿਪ ਵਿਦ ਗॉड। ਫਿਰ ਭਾਵੇਂ ਹਾਲਾਤ ਕਿਹੋ ਜਿਹੇ ਹੋਣ ਬਾਹਰ, ਯੂ ਨੈਵਰ ਐਵਰ ਬ੍ਰੇਕ ਦ ਰਿਲੇਸ਼ਨਸ਼ਿਪ ਦੈਟਸ ਗੋਜ਼ ਔਨ। ਇਹ ਇੰਟੀਮੇਸੀ ਬੋਲਡਨੈਸ ਉਦੋਂ ਹੁੰਦੀ ਹੈ। ਦੂਜੇ ਨੰਬਰ 'ਤੇ ਜਿਹੜੀ ਪ੍ਰੇਜ਼ ਐਂਡ ਵਰਸ਼ਿਪ ਹੈ, ਓਕੇ, that is our perfect response to God's blessing, ਠੀਕ ਹੈ। ਔਰ ਤੀਜੇ ਨੰਬਰ 'ਤੇ ਆਪਣੇ ਸਿਰਫ ਆਪਣੇ ਬਾਰੇ ਨਾ ਸੋਚੀਏ। ਖਾਸ ਤੌਰ ਜਿਹੜੇ ਲੋਕੀ ਸਾਡੇ ਬੈਠੇ ਨਾ ਇਸ ਵੇਲੇ ਬਾਹਰ ਵੈਸਟਰਨ ਕੰਟਰੀਜ਼ ਦੇ ਵਿੱਚ, ਮੈਂ ਉਹਨਾਂ ਨੂੰ ਖਾਸ ਤੌਰ 'ਤੇ ਮੁਖਾਤਬ ਕਰਕੇ ਕਹਿਣ ਡਿਆ ਵਾਂ ਕਿ ਜਦੋਂ ਖੁਦਾ ਸਾਨੂੰ ਇਹਨਾਂ ਮੁਲਕਾਂ 'ਚ ਲੈ ਕੇ ਆਉਂਦਾ ਹੈ, ਸਾਡੇ ਅਮਰੀਕਨ ਡਰੀਮ ਵੀ ਪੂਰੇ ਕਰਦਾ ਵੇ ਸਾਨੂੰ ਜਨਾਬ। ਭਾਵੇਂ ਅਸੀਂ ਯੂਰਪ ਵਿੱਚ ਬੈਠੇ ਹਾਂ, ਇੰਗਲੈਂਡ ਵਿੱਚ ਬੈਠੇ ਹਾਂ, ਭਾਵੇਂ ਅਸੀਂ ਅਮਰੀਕਾ ਬੈਠੇ ਹਾਂ, ਆਸਟ੍ਰੇਲੀਆ, ਕੈਨੇਡਾ, ਜਿੱਥੇ ਮਰਜ਼ੀ ਬੈਠੇ ਹਾਂ, ਅਸੀਂ ਸਸਟੇਨ ਸਮਝਦੇ ਆਪਣੇ ਆਪ ਨੂੰ। ਬਟ ਇਫ ਯੂ ਆਰ ਬਲੈਸ, ਦੈਨ ਇੰਗੇਜ ਵਿਦ ਦ ਕੌਂਗਰੀਗੇਸ਼ਨ, ਇੰਗੇਜ ਵਿਦ ਯੋਰ ਕਮਿਊਨਿਟੀ ਇਨ ਅ ਵੇ ਕਿ ਤੁਸੀਂ ਆਪਣੀ ਕੌਮ ਵਾਸਤੇ ਬਾਇਸੇ ਬਰਕਤ ਬਣ ਸਕੋ। ਅਮਨ ਸਾਨੂੰ ਸਾਰਿਆਂ ਨੂੰ ਦਾਊਦ ਵਰਗੀ ਦੁਆ ਕਰਨਾ ਤੇ ਆਪਣੀ ਕੌਮ ਵਾਸਤੇ ਫਿਕਰ ਕਰਨਾ ਸਿਖਾਏ। ਆਮੀਨ। ਆਮੀਨ। ਥੈਂਕ ਯੂ ਪਾਸਟਰ ਜੀ। ਮੈਂ ਹੁਣ ਆਮੀਨ। ਇਨਵਾਈਟ ਕਰਾਂਗੀ ਅੰਕਲ ਜੋਸ਼ੂਆ ਨੂੰ ਕਿ ਉਹ ਆਪਣੇ ਸਵਾਲ ਤੇ ਆਪਣੇ ਕਮੈਂਟ ਸਾਰੇ ਨਾਲ ਸ਼ੇਅਰ ਕਰਨ। ਅੱਜ ਦਾ ਜ਼ਬੂਰ ਬਹੁਤ ਹੀ ਅੱਛਾ ਜ਼ਬੂਰ ਹੈ ਔਰ ਇਸ ਦੇ ਵਿੱਚ ਇਹ ਹੈ ਕਈ ਵਾਰੀ ਜਦੋਂ ਅਸੀਂ ਮੁਸੀਬਤਾਂ ਦੇ ਵਿੱਚ, ਪਰੇਸ਼ਾਨੀਆਂ ਦੇ ਵਿੱਚ ਘਿਰ ਜਾਂਦੇ ਹਾਂ ਤੇ ਸਾਡਾ ਜਿਹੜਾ ਮੇਨ ਸੋਰਸ ਹੈ ਨਾ, ਉਹ ਸਿਰਫ ਖੁਦਾ ਦੇ ਉੱਤੇ ਹੁੰਦਾ। ਤੇ ਮੈਂ ਜ਼ਿਆਦਾ ਤੇ ਨਹੀਂ ਲਿਖਿਆ, ਪਰ 3 ਤੇ 5 ਆਇਤ ਵੀ ਹੈ, ਉਹਦੇ ਤੇ ਹੀ ਹੈ ਬਸ ਮੇਰਾ ਥੋੜਾ ਜਿਹਾ ਵਿਚਾਰ। Prayer when surrounded by trouble or wickedness, God is our only real source of safety. Prayer is our best help when trials come our way because it keeps us in communion with God. It is easy to pretend friendship. Wicked people often put on a show of kindness or friendship in order to gain their own ends. David, in his royal position, may have met many who pretended friendship only to meet their own goals. David knew that God would punish them eventually, but he prayed that their punishment would come swiftly. True believers should be straightforward and sincere in all their relationship. That's it. ਥੈਂਕ ਯੂ ਅੰਕਲ ਜੀ। ਮੈਂ ਹੁਣ ਇਨਵਾਈਟ ਕਰਦੀ ਹਾਂ ਆਂਟੀ ਜੋਤੀ ਨੂੰ ਕਿ ਉਹ ਵੀ ਆਪਣੇ ਸਵਾਲ ਤੇ ਕਮੈਂਟਰੀ ਸਾਰੇ ਨਾਲ ਸ਼ੇਅਰ ਕਰਨਗੇ। ਇੱਕ ਵਾਰ ਫਿਰ ਸਾਰਿਆਂ ਨੂੰ ਜੈ ਮਸੀਹ ਦੀ। ਅੱਜ ਦਾ ਜ਼ਬੂਰ ਜਿਹੜਾ ਹੈ ਬੜਾ ਪਾਵਰਫੁਲ ਜ਼ਬੂਰ ਹੈ। ਇਸ ਵਿੱਚ ਮੈਂ ਵੀ ਜਿਸ ਤਰ੍ਹਾਂ ਪਾਸਟਰ ਜੀ ਨੇ ਦੱਸਿਆ ਕਿ 4 ਹਿੱਸਿਆਂ ਦੇ ਵਿੱਚ ਮੈਂ ਇਸ ਨੂੰ ਦੇਖਿਆ ਕਿ ਦਾਊਦ ਨੇ ਕਿਸ ਤਰ੍ਹਾਂ ਉਸਨੂੰ 4 ਹਿੱਸਿਆਂ ਦੇ ਵਿੱਚ ਵੰਡਿਆ ਹੈ। ਇਸੇ ਤਰ੍ਹਾਂ ਜਿਹੜੀ ਉਸਦੀ ਪਹਿਲੀ ਆਇਤ ਦੇ ਵਿੱਚ ਉਸਨੇ ਮਦਦ ਲਈ ਪੁਕਾਰਿਆ ਹੈ, ਪ੍ਰਭੂ ਦੇ ਅੱਗੇ ਪ੍ਰਾਰਥਨਾ ਕੀਤੀ ਹੈ ਕਿ हे ਪ੍ਰਭੂ ਤੂੰ ਮੇਰੀ ਪੁਕਾਰ ਨੂੰ ਸੁਣ, ਤੂੰ ਮੇਰੀ ਚਟਾਨ ਹੈ, ਤੂੰ ਮੇਰੀ ਪੁਕਾਰ ਸੁਣ, ਤੇਰੇ ਚੁੱਪ ਰਹਿਣ ਦੇ ਨਾਲ ਮੈਂ ਮਰਿਆ ਬਰਾਬਰ ਹਾਂ। ਕਿਉਂਕਿ ਖੁਦਾ ਉਸਨੇ ਪ੍ਰਭੂ ਦੇ ਅੱਗੇ ਬੇਨਤੀ ਕੀਤੀ ਹੈ ਕਿ ਖੁਦਾਵੰਦ ਜੋ ਵੀ ਮੈਂ ਤੁਹਾਡੇ ਅੱਗੇ ਪ੍ਰਾਰਥਨਾ ਕਰਨਾ, ਤੁਸੀਂ ਮੇਰੀ ਪ੍ਰਾਰਥਨਾ ਦਾ ਜਵਾਬ ਦਿਓ ਔਰ ਮੇਰੀ ਪ੍ਰਾਰਥਨਾ ਨੂੰ ਸੁਣੋ। ਤੁਸੀਂ ਮੇਰੀ ਪ੍ਰਾਰਥਨਾ ਨੂੰ ਸੁਣ ਕੇ ਚੁੱਪ ਨਾ ਰਹੋ, ਕਿਉਂਕਿ ਮੈਨੂੰ ਤੇਰੇ ਤੇ ਹੀ ਵਿਸ਼ਵਾਸ ਔਰ ਤੇਰੇ ਤੇ ਹੀ ਭਰੋਸਾ ਹੈ। ਔਰ ਇਸ ਦਾ ਜਿਹੜਾ ਵਿੱਚ ਦੀਆਂ 2-3 ਆਇਤਾਂ ਮੈਂ ਦੇਖਿਆ ਕਿ ਉਸਨੇ ਆਪਣੇ ਆਪ ਨੂੰ ਐਸੇ ਲੋਕਾਂ ਤੋਂ ਵੀ ਦੂਰ ਰੱਖਣ ਲਈ ਕਿਹਾ ਕਿ ਖੁਦਾਵੰਦ ਮੈਨੂੰ ਉਹਨਾਂ ਲੋਕਾਂ ਤੋਂ ਦੂਰ ਰੱਖ ਜੋ ਤੈਨੂੰ ਨਹੀਂ ਜਾਣਦੇ, ਔਰ ਮੈਨੂੰ ਬੁਰੇ ਲੋਕਾਂ ਦੇ ਨਾਲ ਨਾ ਮਿਲਾ ਜੋ ਤੇਰੀ ਵਡਿਆਈ ਨਹੀਂ ਕਰਦੇ, ਜੋ ਤੇਰੀ ਪ੍ਰਸਤਿਸ਼ ਨਹੀਂ ਕਰਦੇ ਔਰ ਜੋ ਬੁਰੇ ਕੰਮਾਂ ਦੇ ਵਿੱਚ ਹਨ, ਮੈਨੂੰ ਉਹਨਾਂ ਤੋਂ ਦੂਰ ਰੱਖ ਤਾਂ ਕਿ ਮੈਂ ਆਪਣੇ ਆਪ ਨੂੰ ਤੇਰੇ ਵੱਲ ਲਗਾ ਕੇ ਰੱਖਾਂ। ਔਰ ਇਸ ਦਾ ਜਿਹੜਾ
छेवीं आयत है जिससे वो थोड़ा डिफरेंट हो जाता, और उसने जी पंजवीं आयत वो भी इस तरह के कि खुदावंद वो तेनू जानते नहीं है, वो तेरे हत्थां दी कारागरी नू नहीं जानते, वो तेरे कम्मां नू नहीं जानते कि किस तरह तू सब कुछ बनाया। जो जिस तरह हुण भी असीं देखने हैं कि बहुत सारे लोकी मूर्ति पूजा करते हैं, जदों कि पुराने नियम दे विच भी इस बारे बहुत जिक्र है, लेकिन खुदावंद नू वो जानते नहीं सी। वो खुदावंद दे बार-बार डांटण दे नाल भी वो फिर भी ये काम करते सीगे। हुण भी ऐसे ही है कि बहुत सारे लोग ऐसे ने जो दूसरे देवी देवतियां ते विश्वास करते हैं, जो प्रभु नू नहीं जानते, जिसने खुद सृष्टि बनाई है, जिसनों अगर असीं बाइबल पढ़ते हैं तो सानू पता है कि खुदावंद ने किस तरह पूरी दुनिया नू रचिया है, किस तरह उसने क्रिएशन की है, और खुद उसने क्या कि उन्होंने लोगों तो मैनू दूर रख जो लोग तेनू नहीं जानते। और इसने सारियां आयतां ही बहुत वधिया हैं। हुण इस दे विचों सारा तो नहीं आपां पढ़ सकते क्योंकि पास्टर जी ने ऑलरेडी बहुत वधिया तरीके दे नाल सानू समझाया, लेकिन एंड विच उसने ये किया कि प्रभु नू धन कर, खुदा दे नाम नू प्रभु नू हमेशा याद रखो, प्रभु दी इज्जत करो, वडियाई करो। अगर तुहानू कोई बुरा भी कहंदा है, कोई चंगा कहंदा है, ते खुदावंद कहंदा कि उसका बदला मैं खुद उस तो लवांगा, ना कि तुसीं लओगे। और इस तरह इसने मदद के लिए प्रार्थना 3-4 हिस्से इस दे विच आए हैं जो मैनू बहुत चंगे लगे हैं। और प्रभु अपने लोगों की मुक्ति है क्योंकि खुदावंद जो जानते हैं प्रभु उन्हां दा साथ खुद दिंदा है, और बुरे लोगों तो दूर रहना ही साडे लिए चंगा है, क्योंकि असीं जो वचन पढ़ते हैं तो वचन दे विच बहुत सारा कुछ ऐसा लिखा है जो सानू इन्हां सारियां गल्लां तो परे रखदा है। खुदावंद दे विच बधो, और असीं सारियां दी प्रार्थना करदे हां कि प्रभु तुहानू सारियां नू आशीष और बरकत देवे। आमीन आमीन। Thank you. मैं हुण इनवाइट करांगी कि अंकल काशिफ नू कि भी अपने सवाल ते कमेंटरी साडे नाल शेयर करन ते नाल ओ सानू ज़बूर लाइव गा के सुणाउणगे। थैंक यू एंजल। जय मसीह दी सारियां नू। जय मसीह। ਜਦੋਂ एरिक सरवर भाई ने बड़ा अच्छा ਉਹਦੇ ਚ डिटेल ਦਿੱਤੀ ਕਿ किस तरह एक क्लोज रिलेशनशिप खुदा दे नाल ਜਦੋਂ ਹੁੰਦਾ ਹੈ ਤੇ ਉਹਦੇ ਅੰਦਰ ਜਿਹੜੀ ਨਜ਼ਦੀਕੀ ਹੈ ਕਿ ਇੱਕ ਮਾਣ ਹੁੰਦਾ ਜਿਸ ਤਰ੍ਹਾਂ ਆਪਣੇ ਬਾਪ ਦੇ ਉੱਤੇ, ਆਪਣੇ ਦੋਸਤ ਦੇ ਉੱਤੇ, ਉਹਦੇ ਅੰਦਰ ਬੰਦਾ ਦਿਲ ਖੋਲ ਕੇ ਆਪਣੇ ਗਿੜਗੜਾਣਾ ਜਾਂ ਰੋਣਾ, ਉਹਦੇ ਚ ਸ਼ਰਮ ਨਹੀਂ ਰਹਿੰਦੀ, ਉਹਦੇ ਚ ਲਿਹਾਜ਼ ਜਾਂ ਉਹ ਨਹੀਂ ਹੁੰਦਾ ਕਿ ਜੀ ਮੈਨੂੰ ਕੋਈ ਸ਼ਰਮ ਹੈ ਕਿ ਮੈਂ ਇਹ ਕਹਾਂਗਾ ਤੇ ਕੀ ਹੋਏਗਾ, ਕਿਉਂਕਿ ਤੁਸੀਂ ਦਿਲ ਖੋਲ ਕੇ ਆਪਣੇ ਆਪ ਨੂੰ ਜਦੋਂ ਸਾਹਮਣੇ ਆਉਂਦੇ ਹੋ ਫਿਰ ਉਹ ਗੱਲ ਨਹੀਂ ਰਹਿੰਦੀ। ਇਹ ਰਿਲੇਸ਼ਨ, ਇਹ ਰਿਸ਼ਤਾ ਜਦੋਂ ਖੁਦਾ ਦੇ ਨਾਲ ਬਣਦਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਨਸਾਨ ਦੀ ਦੁਆ ਔਰ ਉਹਦਾ ਰੋਣਾ ਜਾਂ ਉਹਦਾ ਖੁਸ਼ ਹੋਣਾ ਉਹਦੇ ਨਾਲ ਇੱਕ ਹੋ ਜਾਂਦਾ। ਤੇ ਇਸ ਜ਼ਬੂਰ ਨੂੰ ਬੜਾ ਖੂਬਸੂਰਤੀ ਦੇ ਨਾਲ ਲਿਖਿਆ ਗਿਆ ਹੈ। ਇਹਦੀਆਂ 1908 ਦੀ ਜਿਹੜੀ ਕਿਤਾਬ ਹੈ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ ਇਮਾਮਦੀਨ ਸ਼ਾਹਬਾਜ਼ ਸਾਹਿਬ ਦਾ, ਉਹਦੀਆਂ ਧੁਨਾਂ ਵੀ ਬੜੀਆਂ ਖੂਬਸੂਰਤ ਨੇ। ਪਹਿਲਾ ਹਿੱਸਾ ਜਿਹੜਾ ਹੈ ਉਹ ਹੈ ਮੰਗਣਾ ਤੈਥੋਂ ਮੈਂ ਦੁਆ, ਉਹਦੇ ਮੈਂ ਥੋੜੇ ਆਇਤਾਂ ਗਾ ਕੇ ਸੁਣਾਵਾਂਗਾ। ਮੰਗਣਾ ਤੈਥੋਂ ਮੈਂ ਦੁਆ, ਮੈਥੋਂ ਨਾ ਤੂੰ ਚੁੱਪ ਹੋ ਜਾ, ਮੰਗਣਾ ਤੈਥੋਂ ਮੈਂ ਦੁਆ, ਮੈਥੋਂ ਨਾ ਤੂੰ ਚੁੱਪ ਹੋ ਜਾ, ਮੈਥੋਂ ਜੇਕਰ ਚੁੱਪ ਹੋ ਜਾਵੇਂ ਮੇਰੀ ਚਟਾਨ, ਮੈਥੋਂ ਜੇਕਰ ਚੁੱਪ ਹੋ ਜਾਵੇਂ ਐ ਮੇਰੀ ਚਟਾਨ, ਉਹਨਾਂ ਵਾਂਗਰ ਹੋਵਾਂ ਜਿਹੜੇ ਟੋਏ ਦੇ ਵਿੱਚ ਪੈਂਦੇ ਜਾ, ਮੰਗਣਾ ਤੈਥੋਂ ਮੈਂ ਦੁਆ, ਮੈਥੋਂ ਨਾ ਤੂੰ ਚੁੱਪ ਹੋ ਜਾ, ਜਦੋਂ ਮੈਂ ਤੇਰੀ ਹੈ ਕਲ ਦੇ ਵੱਲ ਆਪਣੇ ਹੱਥ ਉਠਾਵਾਂ, ਜਦੋਂ ਮੈਂ ਤੇਰੀ ਹੈ ਕਲ ਦੇ ਵਿੱਚ ਆਪਣੇ ਹੱਥ ਉਠਾਵਾਂ, ਤਦੋਂ ਤੂੰ ਸੁਣ ਲੈ ਮੇਰੀਆਂ ਮਿੰਨਤਾਂ ਮੇਰੇ ਪਾਕ ਖੁਦਾ, ਤਦੋਂ ਤੂੰ ਸੁਣ ਲੈ ਮੇਰੀਆਂ ਮਿੰਨਤਾਂ ਮੇਰੇ ਪਾਕ ਖੁਦਾ, ਨਾਲ ਗਵਾਂਢੀ ਆਪਣੇ ਭੈੜੇ ਉੱਤੋਂ ਰਹਿੰਦੇ ਮਿੱਠੇ, ਦਿਲ ਵਿੱਚ ਭਰਿਆ
कर ना दे ना थो तू बचा मंगना तैथों मैं दुआ मैथों ना तू चुप हो जा। ते एदा दूसरा हिस्सा मुबारक खुदा है मुबारक खुदा। एक धुन ਜਿਹੜੇ ਇੰਤਖਾਬੇ ਜ਼ਬੂਰ ਚ ਵੀ ਮੈਂ ਸੁਣਿਆ ਸੀ, ਉਹ ਥੋੜੀ ਫਰਕ ਸੀ। ਪਹਿਲਾਂ ਮੈਂ ਇਹਦੀ ਜਿਹੜੀ ਇੰਤਖਾਬੇ ਜ਼ਬੂਰ ਚ ਸੀ ਉਹ ਥੋੜਾ ਗਾ ਕੇ ਸੁਣਾਵਾਂਗਾ। यहोवा मुबारक मुबारक खुदा के जिसने सुनी है मेरी हुन दुआ। यहोवा मुबारक मुबारक खुदा यहोवा मेरी ढाल ते जोर है मेरे दिल दी ढारस उम्मीदां दी जा। यहोवा मुबारक मुबारक खुदा। ਇਹ ਤੇ ਸੀ ਜਿਹੜੀ ਅਸੀਂ ਇੰਤਖਾਬੀ ਜ਼ਬੂਰ ਸੁਣੀ ਹੈ, ਜਿਹੜੀ ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ ਛਪੀ ਹੈ ਉਹ ਇਸ ਤਰ੍ਹਾਂ ਹੈ। यहोवा मुबारक मुबारक खुदा के जिसने सुनी है मेरी हुन दुआ। यहोवा मुबारक मुबारक खुदा के जिसने सुनी है मेरी हुन दुआ। यहोवा मेरी ढाल ते जोर है मेरे दिल दी ढारस उम्मीदां दी जा। मदद मेरी रब है मैं उस थों हाँ खुश मदद मेरी रब है मैं उस थों हाँ खुश। मैं गावांगा गज़लां विच उस दी सना। यहोवा मुबारक मुबारक खुदा के जिसने सुनी है मेरी हुन दुआ। ਜਿਹੜਾ ਪਹਿਲਾ ਹਿੱਸਾ ਇਹਦਾ ਮੈਂ ਗਾਇਆ ਉਹਦਾ ਮਿਊਜ਼ਿਕ ਦੇ ਨਾਲ ਪੂਰਾ ਕੰਪਲੀਟ ਹੈ, ਜਿਹੜਾ ਫੇਸਬੁੱਕ ਦੇ ਉੱਤੇ ਜਿਹੜਾ ਪਬਲਿਸ਼ ਕੀਤਾ ਹੈ ਅੱਜ ਦੀ ਸੈਸ਼ਨ ਨੂੰ, ਉਹਦੇ ਚ ਮੈਂ ਉਹਦਾ ਲਿੰਕ ਪੇਸਟ ਕੀਤਾ, ਉਹ ਜ਼ਰੂਰ ਸੁਣੋ। ਉਹਦੇ ਚ ਕੰਪਲੀਟ Song ਜਿਹੜਾ ਉਹ ਰਿਕਾਰਡਡ ਹੈ। ਬਾਕੀ ਥੈਂਕ ਯੂ ਵੈਰੀ ਮਚ। Thank you Uncle Kash and thank you ਤੁਹਾਡੇ ਸਾਰਿਆਂ ਦਾ ਇਸ ਰਿਫਲੈਕਸ਼ਨ ਲਈ। ਮੈਂ ਧੰਨਵਾਦ ਕਰਦੀ ਹਾਂ ਜਿਹੜੇ ਸਾਡੇ ਅੱਜ ਦੇ ਇਸ ਐਪੀਸੋਡ ਵਿੱਚ ਸਾਡੇ ਨਾਲ ਲਾਈਵ ਸ਼ਾਮਿਲ ਹੋਇਆ। ਅਸੀਂ ਤੁਹਾਡੇ ਸਾਰਿਆਂ ਨਾਲ ਫਿਰ ਨੈਕਸਟ ਮੰਡੇ ਇਸੇ ਤਰ੍ਹਾਂ ਮਿਲ ਕੇ ਦਾਊਦ ਦੇ ਜ਼ਬੂਰਾਂ ਤੇ ਗੌਰ ਕਰਾਂਗੇ। ਥੈਂਕ ਯੂ।